सर तुहाडा ट्रांसफर हो गया जी नवां शहर, तुसी जलंधर ऑफिस अपनी सीट पे ही बैठे हो। मैं गोलमाल न्यूज़ तो। दसो सर। मेरे ऑर्डर रिसीव नहीं होया। हाँ जी, ऑर्डर रिसीव नहीं होया। तुसी नवां शहर ज्वाइन नहीं किया? मेरे ऑर्डर ही नहीं रिसीव होया। ज्वाइन कित्थे करा नाले भरा आईडी कार्ड दिखाओ। मेरा आईडी कार्ड हैगा, मैं आलू वालिया साहब ਨੂੰ ਦਿਖਾ ਦੂੰਗਾ, कोई गल नहीं नहीं। ਮੈਨੂੰ ਦਿਖਾਓ ਨਾ। कोई गल नहीं सर, आईडी कार्ड एकदा थोड़ा ਹੁੰਦਾ। मैं कहा सर ਦਿਖਾਓ ਨਾ, ਫਿਰ ਮੈਂ ਤੁਹਾਡੀ ਆਇਡੈਂਟੀ ਫਿਰ ਸਭ ਕੁਝ ਦੱਸਣਾ। सर गोलमाल न्यूज़ ਦੇ ਚੈਨਲ ਤੇ ਲਾਈਵ ਚੱਲ ਰਿਹਾ। ਅੱਛੀ ਠੀਕ ਹੈ ਜੀ। ਅੱਛੀ ਗੱਲ ਹੈ। ਸੰਜੀਵ ਕਾਲੀਆ ਇੰਪਰੂਵਮੈਂਟ ਟਰਸਟ ਜਲੰਧਰ ਤੋਂ ਨਵਾਂ ਸ਼ਹਿਰ ਟਰਾਂਸਫਰ ਹੋ ਚੁੱਕੇ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਆਰਡਰ ਰਿਸੀਵ ਨਹੀਂ ਹੋਇਆ, ਜਿਸ ਕਰਕੇ ਇਹ ਜਿਹੜੇ ਨੇ ਜਲੰਧਰ ਆਫਿਸ ਦੇ ਵਿੱਚ ਸਟਿਲ ਬੈਠੇ ਹੋਏ ਨੇ ਆਪਣੀ ਸੀਟ ਦੇ ਉੱਤੇ। ਜੀ ਜੀ ਹਾਂਜੀ ਹਾਂਜੀ। ਹੋਰ ਸਾਹਿਬ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਿੰਨਾ ਜਿਹੜਾ ਲਾਪਰਵਾਹ ਬਿਹੇਵੀਅਰ ਹੈ ਜਿਹੜਾ, ਔਰ ਭ੍ਰਸ਼ਟਾਚਾਰ ਦੇ ਆਰੋਪ ਇਹਨਾਂ ਦੇ ਉੱਤੇ ਲੱਗ ਚੁੱਕੇ ਨੇ। ਚਾਰ ਸ਼ੀਟ ਵੀ ਇਹ ਹੋ ਚੁੱਕੇ ਨੇ। ਬਿਲਕੁਲ। ਇੱਕ ਮਿੰਟ ਮੈਂ ਇਹਨਾਂ ਦੇ ਕਰ ਲੈਣਾ, ਮੁੜ ਕੇ ਕੰਮ ਆਏਗਾ। ਕਰ ਇੱਕ ਮਿੰਟ ਸਰ ਗੋਲਮਾਲ ਨਿਊਜ਼ ਦੇ ਪੇਜ ਤੇ ਦੇਖੋ, ਲਾਈਵ ਹੀ ਚੱਲ ਰਿਹਾ। ਨਹੀਂ ਕੋਈ ਨਹੀਂ, ਤੁਸੀਂ ਉੱਥੋਂ ਡਾਊਨਲੋਡ ਕਰ ਲਿਓ। ਪੇਜ ਨਹੀਂ ਹੈ ਨਾ, ਇੱਕ ਮਿੰਟ ਬਸ। ਤੁਸੀਂ ਦੇਖ ਸਕਦੇ ਹੋ ਦਫ਼ਤਰ ਦੇ ਵਿੱਚ ਕੋਵਿਡ ਦੇ ਚਲਦਿਆਂ ਮਾਸਕ ਵੀ ਇਸ ਸ਼ਖਸ ਨੇ ਨਹੀਂ ਲਗਾਇਆ ਹੋਇਆ। ਚਲੋ ਇਹ ਪਹਿਲੀ ਬੋਲੋ ਜਿਹੜਾ ਤੁਸੀਂ ਉਹ ਕਿਹਾ ਸੀ ਮੈਨੂੰ, ਜਿਹੜਾ ਭ੍ਰਸ਼ਟਾਚਾਰ ਦੇ ਚਾਰजेस ਲੱਗੇ। ਇੱਕ ਮਿੰਟ ਦੁਬਾਰਾ ਰਿਪੀਟ ਕਰਨਾ। ਤੁਸੀਂ ਕਹਿ ਸੰਜੀਵ ਕਾਲੀਆ ਜਲੰਧਰ ਇੰਪਰੂਵਮੈਂਟ ਟਰਸਟ ਦੇ ਜਿਹੜੇ EMPLOYEE ਸੀਗੇ, ਇਹਨਾਂ ਨੂੰ ਭ੍ਰਸ਼ਟਾਚਾਰ ਦੇ ਆਰੋਪਾਂ ਦੇ ਚਲਦੇ ਨਵਾਂ ਸ਼ਹਿਰ ਜਿਹੜਾ ਟਰਾਂਸਫਰ ਕੀਤਾ ਗਿਆ ਸੀਗਾ। ਚਾਰ ਸ਼ੀਟ ਵੀ ਇਹ ਹੋ ਚੁੱਕੇ ਨੇ। ਉਸ ਤੋਂ ਬਾਵਜੂਦ ਇਹ ਕਹਿ ਰਹੇ ਨੇ ਆਰਡਰ ਨਹੀਂ ਮਿਲੇ, ਜਿਹਦੇ ਕਰਕੇ ਜਲੰਧਰ ਆਫਿਸ 'ਚ ਹੀ ਬੈਠੇ ਹੋਏ ਨੇ। ਤੁਸੀਂ ਲਾਈਵ ਇਹ ਤਸਵੀਰਾਂ ਜਲੰਧਰ ਇੰਪਰੂਵਮੈਂਟ ਟਰਸਟ ਆਫਿਸ ਤੋਂ ਦੇਖ ਰਹੇ ਹੋ। ਸੰਜੀਵ ਕਾਲੀਆ ਨਾਮ ਦਾ ਇਹ ਅਧਿਕਾਰੀ ਜਿਹੜਾ ਹੈ ਬਿਨਾਂ ਮਾਸਕ ਤੋਂ ਲਾਪਰਵਾਹ ਬਿਹੇਵੀਅਰ ਦੇ ਨਾਲ ਆਪਣੀ ਸੀਟ ਦੇ ਉੱਤੇ ਬੈਠਿਆ ਹੋਇਆ ਜਲੰਧਰ ਇੰਪਰੂਵਮੈਂਟ ਟਰਸਟ ਤੋਂ ਤੁਸੀਂ ਲਾਈਵ ਤਸਵੀਰਾਂ ਇਹ ਦੇਖ ਰਹੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਇੰਪਰੂਵਮੈਂਟ ਟਰਸਟ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਈਏ। ਔਰ ਤੁਸੀਂ ਲਾਈਵ ਇਹ ਤਸਵੀਰਾਂ ਦੇਖ ਰਹੇ ਹੋ ਕਿ ਇਹ ਆਪਣੀ ਸੀਟ ਦੇ ਉੱਤੇ ਬੜੀ ਲਾਪਰਵਾਹ ਬਿਹੇਵੀਅਰ ਦੇ ਨਾਲ ਆਰਡਰ ਨਹੀਂ ਮਿਲੇ ਦਾ ਬਹਾਨਾ ਲਗਾ ਕੇ ਇੱਥੇ ਬੈਠੇ ਹੋਏ ਨੇ, ਜਦ ਕਿ ਇਹ ਚਾਰ ਸ਼ੀਟ ਵੀ ਹੋ ਗਏ ਨੇ ਔਰ ਭ੍ਰਸ਼ਟਾਚਾਰ ਦੇ ਆਰੋਪ ਵੀ ਇਹਨਾਂ ਤੇ ਹੈ। ਜਿਹੜੇ ਨਾ ਚਾਰ ਸ਼ੀਟ ਦਾ ਮਤਲਬ ਤੁਸੀਂ ਤਾਂ ਜਾਣਦੇ ਹੋ ਕੀ ਹੁੰਦਾ। ਚਾਰजेस ਲੱਗੇ ਆ, ਸਾਬਤ ਨਹੀਂ ਹੋਏ। ਜਿਸਲੇ ਸਾਬਤ ਹੋਵੇ ਨਾ, ਤੁਸੀਂ ਉਸਲੇ ਨੂੰ ਭ੍ਰਸ਼ਟਾਚਾਰ ਕਹੀਓ। ਹਾਲੇ ਮੈਂ ਤੁਹਾਡੀ ਇਹ ਤਦੇ ਲਿਖਤੀ ਹੈ ਕਿ ਮੈਨੂੰ ਇਹ ਕੰਮ ਆਏਗੀ ਕੋਰਟ ਦੇ ਵਿੱਚ। ਤੁਸੀਂ ਕਾਈਂਡਲੀ ਮੇਰੇ ਸਾਈਨ ਦਿਖਾਓ ਕਿੱਥੇ ਮੈਂ ਆਰਡਰ ਰਿਸੀਵ ਕੀਤੀ। ਜਸਟ ਇੱਕ ਆ ਗੱਲ ਕਰਨ ਤੋਂ ਪਹਿਲਾਂ ਮੈਨੂੰ ਆਰਡਰ ਦਿਖਾਓ, ਫਿਰ ਮੈਂ ਤੁਹਾਨੂੰ ਭ੍ਰਸ਼ਟਾਚਾਰ ਦੇ ਆਰੋਪ ਲੱਗਣ ਤੇ ਹੀ ਚਾਰ ਸ਼ੀਟ ਹੋਈ ਹੈ। ਮੈਂ ਤਾਂ ਤੁਹਾਨੂੰ ਕਹਿ ਦੇਣਾ ਤੇ ਮੈਂ ਆਰੋਪ ਤੁਹਾਡੇ ਤੇ ਲਗਾ ਦੇਣਾ, ਸਭ ਹੋ ਜਾਏਗਾ ਠੀਕ। ਪਰ ਚਾਰ ਸ਼ੀਟ ਤੇ ਤੁਹਾਡੇ ਤੇ ਹੋਈ ਨਾ, ਕਿਸੇ ਹੋਰ ਤੇ ਨਹੀਂ ਹੋਈ। ਚਾਰजेस ਜਿਹੜੇ ਲਗਾਣੇ ਉਹਨੂੰ ਸਾਬਤ ਕਰਨਾ ਬਹੁਤ ਡਿਫਰੈਂਸ ਹੁੰਦਾ। ਉਹਦਾ ਮੈਂ ਜਵਾਬ ਦੇ ਚੁੱਕਾ। ਮੈਨੂੰ ਅੱਜ ਤੱਕ ਰਿਕਾਰਡ ਵੀ ਨਹੀਂ ਦਿੱਤਾ ਗਿਆ ਸੁਣਿਆ ਇਸ ਚੀਜ਼ ਨੂੰ ਕਿ ਮੇਰੇ ਦੇ ਜਿਹੜੇ ਚਾਰजेस ਲਾਏ ਹੈ ਨਾ। ਨਹੀਂ, ਜਿਹੜੀ ਟ੍ਰਾਂਸਫਰ ਦੇ ਆਰਡਰਸ ਨੇ ਤੁਸੀਂ ਰਿਸੀਵ ਨਹੀਂ ਕੀਤੇ। ਟ੍ਰਾਂਸਫਰ ਦੇ ਆਰਡਰਸ ਤੁਸੀਂ ਰਿਸੀਵ ਨਹੀਂ ਕੀਤੇ, ਤੁਹਾਨੂੰ ਭੇਜੇ ਤੇ ਗਏ ਸੀਗੇ। ਬੈਠੋ ਬੈਠੋ। ਨਹੀਂ ਮੈਨੂੰ ਭੇਜੇ ਨਹੀਂ ਗਏ। ਬੈਠੋ ਜਰਾ, ਬੈਠੋ ਮੈਂ ਤੁਹਾਨੂੰ ਹੁਣੇ ਦਿਖਾਣਾ। ਨਹੀਂ ਕੋਈ ਨਹੀਂ, ਬੈਠਾ ਮੈਂ, ਤੁਸੀਂ ਦਿਖਾਓ। ਕੋਈ ਨਹੀਂ, ਕੋਈ ਗੱਲ ਨਹੀਂ ਸਰ, ਦਿਖਾਓ। ਤੁਸੀਂ ਦੇਖ ਸਕਦੇ ਹੋ ਇਸੇ ਆਫਿਸ ਦੇ ਵਿੱਚ ਇਹ ਹਲੇ ਆਪਣੀ ਸੀਟ ਤੇ ਬੈਠਦੇ ਨੇ ਔਰ ਇੱਥੇ ਹੀ ਇਹਨਾਂ ਨੇ ਆਪਣੀ ਅਲਮਾਰੀ ਨੂੰ ਜਿਹੜਾ ਤਾਲਾ ਲਗਾ ਕੇ ਰੱਖਿਆ ਹੋਇਆ। ਪੰਜਾਬੀ ਪੜ੍ਹ ਲੈਂਦੇ ਹੋ। ਗੋਲਮਾਲ ਨਿਊਜ਼ ਨੇ ਪ੍ਰਮੁਖਤਾ ਨਾਲ ਜਦੋਂ ਇਹਨਾਂ ਦੀ ਟ੍ਰਾਂਸਫਰ ਹੋਈ ਸੀਗੀ, ਉਹਦੀ ਜਿਹੜੀ ਚਾਰ ਸ਼ੀਟ ਦੀ ਕਾਪੀ ਦੇ ਨਾਲ, ਟ੍ਰਾਂਸਫਰ ਆਰਡਰ ਦੇ ਕਾਪੀ ਦੇ ਨਾਲ ਖਬਰ ਪ੍ਰਕਾਸ਼ਿਤ ਕੀਤੀ ਸੀ, ਜਿਸ ਤੋਂ ਬਾਅਦ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਲਗਾਤਾਰ ਇੰਪਰੂਵਮੈਂਟ ਟਰਸਟ ਆਫਿਸ ਦੇ ਵਿੱਚ ਹੀ ਬੈਠ ਰਹੇ ਨੇ, ਨਵਾਂ ਸ਼ਹਿਰ ਨਹੀਂ ਜਾ ਰਹੇ। ਜਿਹੜਾ ਜਲੰਧਰ ਸੀਟ ਦਾ ਮੂੰਹ ਹੈ ਉਹ ਇਹਨਾਂ ਨੂੰ ਛੱਡ ਨਹੀਂ ਰਿਹਾ। ਹੁਣ ਇਹਨਾਂ ਦਾ ਜਵਾਬ ਕੀ ਹੈ ਉਹ ਤੁਹਾਨੂੰ ਦਿਖਾਉਂਦੇ ਆ। ਇਹ ਭੇਜੋ ਨਾ, ਜਵਾਬ ਭੇਜੋ ਤੁਸੀਂ। ਆ ਭੇਜੋ। ਆ ਇੱਕ ਤੁਸੀਂ ਦੇਖ ਸਕਦੇ ਹੋ ਹਾਂਜੀ ਕਿ ਸੰਜੀਵ ਕਾਲੀਆ ਜੀ ਨੇ ਇੱਕ ਸਹਾਇਕ ਨਗਰ ਸੁਧਾਰ ਟਰਸਟ ਜਲੰਧਰ ਦੀ ਪੰਜਾਬ ਸਿਵਲ ਸੇਵਾਵਾਂ ਦੰਡ ਅਤੇ ਅਪੀਲ ਨਿਯਮ 1970 ਦੇ ਨਿਯਮ 8 ਅਧੀਨ 2 ਸੂਚੀ ਸੰਬੰਧੀ 77 ਸਥਾਨਕ ਸਰਕਾਰਾਂ ਵਿਭਾਗ ਨੂੰ ਆਪਣਾ ਜਿਹੜਾ ਆ ਪੱਖ ਭੇਜਿਆ ਹੈ। ਲੇਕਿਨ ਜਿਹੜੇ ਟ੍ਰਾਂਸਫਰ ਆਰਡਰ ਹੈ ਉਹ ਹੱਲੇ ਵੀ ਹਾਸਿਆਸਪਦ ਨੇ।
ਕਿ ਮੀਡੀਆ ਦੇ ਵਿੱਚ ਪ੍ਰਕਾਸ਼ਿਤ ਹੋ ਗਏ, ਹਾਂ। ਇਹਨਾਂ ਨੂੰ ਭੇਜੇ ਗਏ, ਲੇਕਿਨ ਇਹਨਾਂ ਨੇ ਰਿਟਨ ਤੌਰ ਤੇ ਸਾਈਨ ਕਰਕੇ ਰਿਸੀਵ ਨਹੀਂ ਕੀਤੇ। ਇਸ ਦਾ ਬਹਾਨਾ ਕਰਕੇ ਕਿੱਥੇ ਭੇਜੇ ਗਏ? ਆ ਅੱਗੇ ਪੜ੍ਹ ਲਓ। ਆ ਜਦੋਂ ਤੁਸੀਂ 4 ਦਿਨ ਲਗਾਏ ਨਾ ਮੇਰੇ ਤੇ, ਆ ਪੜ੍ਹੋ, 1 ਮਿੰਟ ਪੜ੍ਹੋ, ਮੇਰਾ ਜਵਾਬ ਪੜ੍ਹ ਲਓ ਨਾ। ਆ ਪੜ੍ਹੋ 1 ਮਿੰਟ ਪਲੀਜ਼, ਆ ਪੜ੍ਹੋ ਸਰ ਦਰਸ਼ਕਾਂ ਨੇ ਪੜਨਾ ਜੀ। ਮੈਂ ਹਾਂ ਆ ਦੇਖੋ ਜੀ। ਦਿਓ 100%। ਅਗਲਾ ਪੇਜ ਵੀ ਹੈ, ਇੱਕ ਨਹੀਂ ਹੈ। ਕਰ ਲਿਆ ਜੀ ਸਰ। ਹਾਂ, ਇਹ ਆ ਜਿਹੜੀਆਂ ਰਜਿਸਟਰੀਆਂ ਕੀਤੀਆਂ, ਆ ਸੈਕਿੰਡ ਪੇਜ ਉਹਦਾ ਹੋ ਗਿਆ ਵਾ। ਆ ਜਿਹੜੇ ਮੇਰੇ ਕੋਲੋਂ ਮੈਂ ਕਿਹਾ ਕਿ ਬੰਦੇ ਨੂੰ ਜਿਹੜਾ ਤੁਹਾਡੀ ਟ੍ਰਾਂਸਫਰ ਹੋਈ ਕਿ ਨਹੀਂ, ਇਹ ਮੰਨਦੇ ਹੋ ਕਿ ਨਹੀਂ? ਮੈਨੂੰ ਜਦ ਆਰਡਰ ਹੀ ਨਹੀਂ ਰਿਸੀਵ ਕਰਾਣੇ ਤਾਂ ਮੈਂ ਤਾਂ ਮੰਨ ਹੀ ਨਹੀਂ ਸਕਦਾ। ਨਾ ਗਵਰਨਮੈਂਟ ਨੇ ਮੈਨੂੰ ਆਰਡਰ ਭੇਜੇ, ਬਾਈ ਨੇਮ ਮੇਰੇ ਆਏ ਹੈ, ਨਾ ਦਫ਼ਤਰ ਵੱਲੋਂ ਰਿਸੀਵ ਕਰਾਏ ਗਏ। ਇਹਨਾਂ ਨੇ ਲਾ ਕੇ ਆਪਣੇ ਭੇਜ ਦਿੱਤੇ ਹੋਗੇ, ਮੈਨੂੰ ਉਹਦਾ ਕੋਈ ਨੌਲੇਜ। ਟ੍ਰਾਂਸਫਰ ਜਲੰਧਰੋਂ ਹੋਈ ਹੈ ਤੁਹਾਡੀ ਕਿ ਚੰਡੀਗੜ੍ਹ ਹੋਈ ਹੈ? ਚੰਡੀਗੜ੍ਹੋਂ ਹੁੰਦੀ ਹੈ ਟ੍ਰਾਂਸਫਰ, ਜਲੰਧਰੋਂ ਨਹੀਂ ਹੁੰਦੀ। ਉੱਥੋਂ ਮੈਨੂੰ ਕੋਈ ਆਰਡਰ ਰਿਸੀਵ ਨਹੀਂ ਹੋਇਆ। ਇਹ ਵੀ ਤੁਹਾਨੂੰ ਜਿਹਨੇ ਵੀ ਦੱਸਿਆ ਨਾ, ਜੋ ਵੀ ਦੱਸਿਆ ਗਲਤ ਇਨਫੋਰਮੇਸ਼ਨ ਦਿੰਦੇ ਪਏ ਹੈ। ਜਸਟ ਅੱਗੇ ਆਓ, ਜਿਹੜੇ ਬੰਦੇ ਨੇ ਕੰਪਲੇਂਟ ਕੀਤੀ, ਇਹ ਆ ਲਓ, ਉਸ ਨਾਮ ਦਾ ਬੰਦਾ ਹੀ ਹੈ ਨਹੀਂ। ਆ ਮੈਂ ਰਜਿਸਟਰਡ ਲੈਟਰ ਭੇਜਿਆ, ਆ ਐਡਰੈਸ ਉੱਥੇ ਲਿਖ ਕੇ ਆ ਗਿਆ, ਇਨਕੰਪਲੀਟ ਐਡਰੈਸ। ਸਿਰਫ ਹਰ ਗੱਲ ਝੂਠੀ ਲਿਖੀ ਗਈ ਹੈ ਜੋ ਵੀ ਹੈ। ਆ ਪੜ੍ਹ ਲਓ। ਉਸ ਤੋਂ ਬਾਅਦ ਮੈਂ ਇਹਨਾਂ ਕੋਲੋਂ ਆਪਣਾ ਮੰਗਿਆ ਰਿਕਾਰਡ ਦਿਓ ਮੈਨੂੰ ਇਸ ਪਰ ਜਲੰਧਰ ਸੀਟ ਦਾ ਮੋਹ ਕਿਉਂ ਨਹੀਂ ਭੰਗ ਹੋ ਰਿਹਾ? ਜਦ ਤੁਹਾਡੀ ਟ੍ਰਾਂਸਫਰ ਨਵਾਂ ਸ਼ਹਿਰ ਹੋਈ ਹੈ, ਤੁਸੀਂ ਨਵਾਂ ਸ਼ਹਿਰ ਕਿਉਂ ਨਹੀਂ ਜੁਆਇਨ ਕਰ ਰਹੇ ਜਲੰਧਰ ਨੂੰ ਲੀਵ ਕਰਕੇ? ਜਲੰਧਰ ਇੰਪਰੂਵਮੈਂਟ ਟਰਸਟ ਜਾਂ ਇਸ ਸੀਟ ਨਾਲ ਜਿਹੜਾ ਮੋਹ ਹੈ ਉਹ ਕਿਉਂ ਇੰਨਾ ਜੁੜਿਆ ਹੋਇਆ? ਇਹ ਤਾਂ ਇਹੀ ਸਾਬਤ ਕਰੂਗਾ ਕਿਉਂ ਜੁੜਿਆ। ਜੇ ਇਹਨਾਂ ਨੇ ਝੂਠ ਬੋਲਿਆ, ਜੀ ਕੰਪਲੇਂਟ ਦਿੱਤੀ, ਸਾਬਤ ਕਰ ਦੇਣ। ਜੇ ਸਾਬਤ ਕਰ ਦੂਗੇ ਮੈਂ ਰਿਜ਼ਾਈਨ ਦੇ ਦਾਂਗਾ। ਹੋਰ ਦੱਸੋ, ਠੀਕ ਹੈ? ਇਹ ਮੇਰਾ ਜਿਹਨੇ 2 ਐਲੀਗੇਸ਼ਨ ਲਾਏ ਆ, ਮੇਰਾ ਪ੍ਰੂਫ ਕਰ ਦੇਣ, ਮੈਂ ਰਿਜ਼ਾਈਨ ਦੇ ਦੂੰਗਾ। ਆਹ ਡਾਕੂਮੈਂਟ ਮੈਂ ਇਹਨਾਂ ਕੋਲ ਮੰਗੇ, ਇਹ ਆਹ ਲੈਟਰ ਦਿੱਤੀ ਸੀ ਕਿ ਮੈਨੂੰ ਆ ਜਿਹੜੀ ਕੰਪਲੇਂਟ ਆਈ ਹੈ ਉਹਦੇ ਰਿਗਾਰਡਿੰਗ ਮੈਨੂੰ ਦਿੱਤੇ ਜਾਣ ਡਾਕੂਮੈਂਟ। ਅੱਜ ਤੱਕ ਡਾਕੂਮੈਂਟ ਨਹੀਂ ਦਿੱਤੇ ਗਏ। ਤੇ ਹੁਣ ਤੁਹਾਡੇ ਕੋਲੋਂ ਜਲੰਧਰ ਇੰਪਰੂਵਮੈਂਟ ਟਰਸਟ ਤੁਸੀਂ ਸੀਟ ਤੇ ਬੈਠੇ ਹੋ, ਹਾਂਜੀ ਹਾਂਜੀ। ਕਿਆ ਇਸ ਸੀਟ ਦਾ ਕੰਮਕਾਜ ਤੁਹਾਡੇ ਕੋਲ ਕਰਵਾਇਆ ਜਾ ਰਿਹਾ ਹੈ ਹੀ ਨਹੀਂ, ਕੰਮ ਹੀ ਨਹੀਂ ਹੈ ਮੇਰੇ ਕੋਲ। ਅੱਜ ਤੱਕ ਕੰਮ ਹੀ ਨਹੀਂ ਮਿਲਿਆ। ਪਿਛਲੇ 8 ਮਹੀਨੇ ਤੋਂ ਆਈ ਐਮ ਵਿਦਆਊਟ ਵਰਕ। ਮਤਲਬ ਵੇਲੀ ਤਨਖਾਹ ਤੁਹਾਨੂੰ ਮਿਲ ਰਹੀ ਹੈ? 18 ਮਹੀਨਿਆਂ 'ਚ 8ਵੀਂ ਬਦਲੀ ਹੋਣੀ ਮੇਰੀ। 18 ਮਹੀਨਿਆਂ 'ਚ 8ਵੀਂ ਬਦਲੀ। ਉਹਦੇ ਲਈ ਕਸੂਰਵਾਰ ਸਰਕਾਰ ਹੈ ਕਿ ਤੁਸੀਂ ਖੁਦ ਹੋ? ਇਹ ਮੈਨੂੰ ਨਹੀਂ ਪਤਾ। ਅੱਜ ਤੱਕ ਇੱਕ ਆ ਦੇਖੋ ਮੈਂ ਕੀ ਲਿਖਿਆ, ਇਹ ਆ ਪੜੋ। 8 ਬਦਲੀਆਂ ਚੋਂ 7 ਬਦਲੀਆਂ ਤੁਸੀਂ ਜੁਆਇਨ ਕੀਤੀਆਂ? ਕਿਹੜੀ ਸਭ ਜੁਆਇਨ ਕੀਤੀਆਂ। ਇਹ ਧੱਕਾ ਹੋਇਆ, ਇਸ ਤੱਕ ਆ ਪੜੋ ਮੈਂ ਕੀ ਲਿਖਿਆ ਕਿ ਪਰਸਨਲ ਰੰਜਿਸ਼ ਹੈ ਕਿਸੇ ਦੀ? ਪਰਸਨਲ ਰੰਜਿਸ਼ ਕਿਹਦੀ? ਹੁਣ ਸਾਹਿਬ ਮੈਂ ਇਸ ਚੀਜ਼ ਬਾਰੇ ਨਹੀਂ ਕਹਿ ਸਕਦਾ ਕਿਉਂਕਿ ਮੇਰੇ ਉੱਪਰ ਮਾਨਹਾਨੀ ਦਾ ਕਰੇਗਾ। ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੁਸੀਂ ਅਖਬਾਰ। ਪਰ ਤੁਹਾਡੇ ਉੱਤੇ ਭ੍ਰਸ਼ਟਾਚਾਰ ਦੇ ਆਰੋਪ ਲੱਗੇ ਨੇ, ਮੈਂ ਤੁਹਾਨੂੰ ਉਹਨਾਂ ਆਰੋਪਾਂ ਦੀ ਚਾਰਜ ਸ਼ੀਟ ਬਣੀ ਹੈ, ਉਸ ਆਰੋਪਾਂ ਦੇ ਕਰਕੇ ਤੁਹਾਡਾ ਟ੍ਰਾਂਸਫਰ ਕੀਤਾ ਗਿਆ। ਮੇਰੀ ਗੱਲ ਸੁਣੋ ਨਾ, ਭ੍ਰਸ਼ਟਾਚਾਰ ਦੇ ਜਿਹੜੇ ਇਹਨੇ ਲਗਾਏ ਹੈ ਉਹ ਸਿਰਫ ਚਾਰजेस ਲਗਾਏ ਆ, ਉਹ ਵੀ ਝੂਠੀ ਕੰਪਲੇਂਟ ਨੇ। ਨਹੀਂ, ਭ੍ਰਸ਼ਟਾਚਾਰ ਦੇ ਆਰੋਪ ਲੱਗੇ ਆ, ਮੇਰੇ ਲੱਗੇ ਆ, ਆਰੋਪ ਲੱਗੇ ਆ। ਮੇਰੇ ਭ੍ਰਸ਼ਟਾਚਾਰ ਤੇ ਕੋਈ ਨਹੀਂ ਲੱਗਿਆ। ਉਹਨੇ ਲਿਖਿਆ ਜੀ ਇਹਨੇ ਪਲਾਟ ਲਿੱਤਾ, ਖਰੀਦਿਆ, ਉਹਦੀ ਪਰਮਿਸ਼ਨ ਨਹੀਂ ਲਿੱਤੀ। ਜਦ ਕਿ ਆ ਮੈਂ ਲੈਟਰ ਗਵਰਨਮੈਂਟ ਨੂੰ ਕੱਢੇ ਹੋਏ ਆ, ਇਹ ਆਲੋ, ਇਹ ਆ 2 ਲੈਟਰ ਮੰਗੇ ਕਿ ਮੈਨੂੰ ਆ 2 ਲੈਟਰ ਦੀ ਕਾਪੀ ਦਿੱਤੀ ਜਾਵੇ। ਕਾਪੀ ਤੁਸੀਂ ਮੰਗੀ ਹਾਂ, ਦਿੱਤੀ ਜਾਵੇ, ਇਹ ਲੇਕਿਨ ਤੁਸੀਂ ਪਰਮਿਸ਼ਨ ਨਹੀਂ ਲਈ। ਪਰਮਿਸ਼ਨ ਨਹੀਂ ਭੇਜੀ ਹੈ ਭਾਈ ਸਾਹਿਬ। ਆ ਪੜੋ ਨਾ ਕਿ ਆ ਲੈਟਰ ਦੀ ਮੈਨੂੰ ਕਾਪੀ ਦਿੱਤੀ ਜਾਵੇ ਜਿੱਥੇ ਮੈਂ ਪਰਮਿਸ਼ਨ ਮੰਗੀ ਹੈ। ਆ ਇਹ ਆ ਤੁਸੀਂ ਦੇਖ ਸਕਦੇ ਹੋ, ਇਹਦੇ ਵਿੱਚ ਲਿਖਿਆ ਹੋਇਆ, ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਆ। ਆਪ ਜੀ ਦੇ ਪੱਤਰ ਨੰਬਰ J971 ਮਿਤੀ 9/10/2020 ਦੇ ਸੰਬੰਧ ਵਿੱਚ, ਮਤਲਬ ਕਿ 9 ਅਕਤੂਬਰ ਨੂੰ ਇਹਨਾਂ ਨੇ ਇਹ ਚਿੱਠੀ ਕੱਢੀ ਆ। ਉਹਦੇ ਵਿੱਚ ਲਿਖਿਆ, ਹਵਾਲੇ ਅਧੀਨ ਪੱਤਰ ਰਾਹੀਂ ਪ੍ਰਾਪਤ ਹੋਏ 2 ਸੂਚੀ ਦੇ ਸੰਬੰਧ ਵਿੱਚ ਕਿਰਪਾ ਕਰਕੇ ਹੇਠ ਲਿਖੇ ਅਨੁਸਾਰ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਦੇਣ ਦੀ ਕਿਰਪਾਲਤਾ ਕੀਤੀ ਜਾਵੇ ਤਾਂ ਜੋ ਇਹ ਦੋਸ਼ ਸੂਚੀ ਦਾ ਜਵਾਬ ਦਿੱਤਾ ਜਾਵੇ। ਪਲਾਟ ਨੰਬਰ 828 ਵਿਕਾਸ ਸਕੀਮ 143.56 ਏਕੜ ਦੀ ਸੇਲ ਮਿਸਲ, ਪਲਾਟ ਨੰਬਰ 276 ਵਿਕਾਸ ਸਕੀਮ 94.5 ਏਕੜ ਦੀ ਸੇਲ ਮਿਸਲ, ਤੇ ਡਿਸਪੈਚ ਨੰਬਰ 124 ਮਿਤੀ 11/8/2011 ਤੇ ਡਿਸਪੈਚ ਨੰਬਰ 1309 ਮਿਤੀ 3/11/2011 ਅਧੀਨ ਜਾਰੀ ਹੋਏ ਪੱਤਰਾਂ ਦੀ ਤਸਦੀਕਸ਼ੁਦਾ ਕਾਪੀ। ਇਹ ਅੱਜ ਤੱਕ ਸੰਜੀਵ ਜੀ, ਗੱਲ ਇਹਦੇ ਵਿੱਚ ਇਹ ਹੈ, ਜਿਹੜੇ ਤੁਹਾਡੇ ਤੇ ਆਰੋਪ ਲੱਗੇ ਨੇ ਕਿ ਤੁਸੀਂ ਪਰਮਿਸ਼ਨ ਨਹੀਂ ਲਈ, ਲੇਕਿਨ ਤੁਸੀਂ ਇਹਦੇ ਵਿੱਚ ਵੀ ਉਹਨਾਂ ਕੋਲੋਂ ਡਿਮਾਂਡ ਕੀਤੀ ਹੈ ਵੀ ਮੈਨੂੰ ਮਿਸਲ ਦਿੱਤੀ ਜਾਵੇ, ਨਾ ਕਿ ਤੁਸੀਂ ਪਰਮਿਸ਼ਨ ਮੰਗੀ ਹੈ। ਪਰਮਿਸ਼ਨ ਤਾਂ 11 ਦੀ ਲੈਟਰ ਹੈ ਬੌਸ, 11 ਚ ਪਰਮਿਸ਼ਨ ਮੰਗਣੀ ਹੈ ਨਾ। ਮੈਂ ਜਦੋਂ ਪਲਾਟ ਲੈਣਾ ਸੀ
ਉਦੋਂ ਪਰਮਿਸ਼ਨ ਪਰ ਤੁਸੀਂ 9 ਅਕਤੂਬਰ 2020 ਨੂੰ ਇਹ ਚਿੱਠੀ ਕਿਉਂ ਕੱਢੀ? 11 ਚ ਕਿਉਂ ਨਹੀਂ ਕੱਢੀ? 11 ਚ ਕਿਉਂ ਨਹੀਂ ਪਰਮਿਸ਼ਨ ਲਈ? ਭਾਈ ਸਾਹਿਬ ਮੇਰੀ ਗੱਲ ਸੁਣਨਾ, ਗਵਰਨਮੈਂਟ ਨੇ ਪਰਮਿਸ਼ਨ ਦੇਣੀ ਹੁੰਦੀ ਹੈ। ਆ ਇਸ ਲੈਟਰ ਰਾਹੀਂ ਦੂਸਰੀ ਚੀਜ਼ ਜੇ ਕਿਸੇ ਸਰਕਾਰੀ EMPLOYE ਤੇ ਭ੍ਰਸ਼ਟਾਚਾਰ ਦੇ ਆਰੋਪ ਲੱਗਦੇ ਨੇ ਜਾਂ ਉਹਨਾਂ ਦੀ ਚਾਰਜ ਸ਼ੀਟ ਬਣਦੀ ਹੈ, ਉਹਨਾਂ ਨੂੰ ਨਿਰਪੱਖ ਜਾਂਚ ਵਾਸਤੇ ਉਸ ਸੀਟ ਤੋਂ ਤਬਾਦਲਾ ਕੀਤਾ ਜਾਂਦਾ ਹੈ। ਤੁਸੀਂ ਇਸ ਤਬਾਦਲੇ ਨੂੰ ਧੱਕਾ ਕਿਉਂ ਦੱਸ ਰਹੇ ਹੋ? ਧੱਕਾ ਕਿਉਂਕਿ ਮੈਨੂੰ ਸੁਣਿਆ ਹੀ ਨਹੀਂ ਗਿਆ ਅੱਜ ਤੱਕ ਇਸ ਕੰਪਲੇਂਟ ਬਾਰੇ, ਨਾ ਤੇ ਕੰਪਲੇਨੈਂਟ ਨੂੰ ਦਫ਼ਤਰ ਬੁਲਾ ਤੇ ਤੁਸੀਂ ਟ੍ਰਾਂਸਫਰ ਜਿਹੜੀ ਆ ਆਪਣੀ ਕਰਵਾ ਕੇ ਤੇ ਉਹਦੇ ਤੇ ਆਪਣਾ ਪੱਖ ਰੱਖੋ। ਜਾਂਚ ਨਿਰਪੱਖ ਹੋਣ ਕਰਕੇ ਹੀ ਟ੍ਰਾਂਸਫਰ ਕੀਤੀ ਜਾਂਦੀ ਹੈ ਸਰਕਾਰੀ EMPLOYE ਦੀ, ਆ ਮੈਂ ਲਿਖਿਆ ਤਾਂ ਕਿ ਉਹ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕੇ। ਆ ਦੇਖੋ, ਆ ਮੈਂ ਲੈਟਰ ਲਿਖਿਆ DDR ਨੂੰ ਕਿ ਮੈਨੂੰ ਇਸ ਜਾਂਚ ਵਿੱਚ ਸ਼ਾਮਿਲ ਕੀਤਾ ਜਾਵੇ। ਆ ਪੜ੍ਹ ਲਓ। ਪਰ ਜੇ ਸੀਟ ਤੋਂ ਤੁਸੀਂ ਭ੍ਰਸ਼ਟਾਚਾਰ ਜਿਹੜੇ ਤੁਹਾਡੇ ਤੇ ਆਰੋਪ ਲੱਗੇ ਨੇ, ਜੇ ਉਸੇ ਸੀਟ ਤੇ ਬੈਠੇ ਤੁਸੀਂ ਆ ਚੀਜ਼ਾਂ ਦੀ ਡਿਮਾਂਡ ਕਰੋਗੇ, ਬਸ ਮੇਰੇ ਕੋਲ ਕੰਮ ਹੀ ਨਹੀਂ ਹੈ ਸੀਟ, ਮੇਰੇ ਕੋਲ ਕੰਮ ਹੀ ਕੋਈ ਨਹੀਂ, ਮੇਰੇ ਕੋਲ ਕੋਈ ਕੰਮ। ਉਹ ਤਾਂ ਤੁਸੀਂ ਕਹਿ ਰਹੇ ਹੋ ਨਾ, ਦੂਸਰਾ ਪੱਖ ਜਿਹੜਾ ਉਹ ਤੁਹਾਡੇ ਤੇ ਆਰੋਪ ਲਗਾ ਰਿਹਾ। ਦੂਸਰੇ ਪੱਖ ਨੇ ਤਾਂ ਲਾਣਾ ਹੀ ਹੈ, ਜਿਹੜਾ ਬੰਦਾ ਚਾਹੁੰਦਾ ਹੈ ਕਿ ਮੈਂ ਇੱਥੇ ਨਾ ਰਵਾਂ ਉਹਦਾ ਲਾਣਾ ਹੀ ਹੈ। ਉਹ ਮੈਨੂੰ ਵੀ ਪਤਾ ਕਿਉਂ ਲਾ ਰਿਹਾ, ਉਹ ਤੁਹਾਨੂੰ ਵੀ ਪਤਾ। ਉਹਦਾ ਰੀਜ਼ਨ ਤੁਸੀਂ ਵੀ ਦੱਸ ਦਿਓ ਸਰ। ਕੈਮਰੇ ਤੇ ਲਾਈਵ ਚੱਲ ਰਿਹਾ ਇਸ ਵੇਲੇ। ਲੈਂਡ ਮਾਫੀਆ, ਕੋਈ ਨਾਮ ਹੋਏਗਾ ਲੈਂਡ ਮਾਫੀਆ ਦਾ? ਨਾਮ ਨਹੀਂ ਮੈਂ ਲਾਉਂਗਾ, ਲੈਂਡ ਮਾਫੀਆ ਮੈਂ ਦੱਸਦਾ, ਨਾਮ ਲੈ ਕੇ ਨਹੀਂ ਸਰ, ਜਿਹੜਾ ਜਿਹਨੂੰ ਤੁਸੀਂ ਤਥਾ ਕਥਿਤ ਲੈਂਡ ਮਾਫੀਆ ਕਹਿ ਰਹੇ ਹੋ, ਉਹ ਤੁਹਾਡਾ ਨਾਮ ਖੋਲ ਕੇ ਲੈ ਰਹੇ ਨੇ। ਮੇਰਾ ਲਈ ਜਾਵੇ ਹੁਣ, ਉਹਨੂੰ ਮੈਂ ਤਾਂ ਕਹਿਤਾ ਸਾਬਤ ਕਰ ਦੇਵੇ ਮੈਨੂੰ ਇਹ ਚੀਜ਼, ਆ ਦੋਨੋਂ ਚੀਜ਼ਾਂ ਤਾਂ ਮੈਂ ਰਿਜ਼ਾਈਨ ਦੇ ਦਾਂਗਾ ਬਸ। ਨਹੀਂ ਤੁਸੀਂ ਜੇ ਪਰਮਿਸ਼ਨ ਲਈ ਪਲਾਟ ਲੈਣ ਲੱਗੇ? ਮੈਂ ਗਵਰਨਮੈਂਟ ਨੂੰ ਲਿਖਿਆ ਮੈਨੂੰ ਪਰਮਿਸ਼ਨ ਦਿੱਤੀ ਜਾਵੇ, ਗਵਰਨਮੈਂਟ ਨੇ ਨਹੀਂ ਦਿੱਤੀ ਮੈਨੂੰ ਪਰਮਿਸ਼ਨ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਮੇਰੀ ਲੈਟਰਸ ਦਾ, ਤੇ ਉਹ ਮੈਂ ਆਪਣੀ ਮਿਸਿਸ ਦੇ ਨਾਮ ਲੈ ਲਿਆ। ਚ ਕੋਈ ਪ੍ਰੋਬਲਮ, ਮੇਰੀ ਮਿਸਿਸ ਇੰਡੀਪੈਂਡੈਂਟ ਹੈ, ਉਹ ਸਭ ਆਪਣਾ ਕਰ। ਤੁਸੀਂ ਪਲਾਟ ਲਿਆ? ਹਾਂ ਮੈਂ ਲੈਤਾ। ਤੁਸੀਂ ਆਪਣੇ ਮੂੰਹੋਂ ਇਹ ਗੱਲ ਕਹਿ ਰਹੇ ਹੋ ਕਿ ਪਰਮਿਸ਼ਨ ਦੀ ਚਿੱਠੀ ਭੇਜੀ, ਜਵਾਬ ਨਹੀਂ ਆਇਆ, ਉਸ ਤੋਂ ਬਾਅਦ ਵਾਈਫ ਦੇ ਨਾਂ ਤੇ ਲੈ ਲਿਆ। ਉਸ ਤੋਂ ਬਾਅਦ ਮੇਰੇ ਨਾਮ ਤੇ ਥੋੜਾ, ਇਟਸ ਨੋਟ ਔਨ ਮਾਈ ਨੇਮ, ਇਹ ਮੇਰੀ ਵਾਈਫ ਦੇ ਨਾਮ। ਪੈਸੇ ਕਿੰਨੇ ਦਿੱਤੇ ਉਹਦੇ? ਹਾਂਜੀ ਪੈਸੇ ਉਹਨੇ ਦਿੱਤੇ, ਮੇਰੇ ਫਾਦਰ ਨੇ ਦਿੱਤੇ ਪੈਸੇ ਉਹਦੇ। ਪ੍ਰੂਫਸ ਹੈਗੇ ਤੁਹਾਡੇ ਕੋਲ? ਮੇਰੇ ਕੋਲ 7 ਲੱਖ ਦੀ ਰਜਿਸਟਰੀ ਹੈਗੀ ਹੈ। ਤੁਸੀਂ ਦੇਖ ਸਕਦੇ ਹੋ ਜਿਹੜਾ ਜਲੰਧਰ ਇੰਪਰੂਵਮੈਂਟ ਟਰਸਟ ਦੇ ਵਿੱਚ ਇੱਕ ਭ੍ਰਸ਼ਟਾਚਾਰ ਦੇ ਆਰੋਪ ਅਧਿਕਾਰੀ ਤੇ ਲੱਗੇ ਸੀਗੇ, ਉਹਨਾਂ ਦਾ ਜਲੰਧਰ ਤੋਂ ਮੋਹ ਨਹੀਂ ਭੰਗ ਹੋ ਰਿਹਾ। ਹਰ ਗੱਲ ਦੀ ਸਫਾਈ ਜ਼ਰੂਰ ਦੇ ਰਹੇ ਨੇ, ਲੇਕਿਨ ਉਹਦੇ ਵਿੱਚ ਵਜੂਦ ਨਹੀਂ ਹੈ, ਕਿਉਂਕਿ 9 ਅਕਤੂਬਰ 2020 ਨੂੰ ਇੱਕ ਚਿੱਠੀ ਕੱਢੀ ਹੈ, ਲੇਕਿਨ ਜਿਹੜੀ 2011 ਚ ਪਰਮਿਸ਼ਨ ਦੀ ਚਿੱਠੀ ਆ ਉਹ ਇਹਨਾਂ ਕੋਲ ਵੀ ਰਿਕਾਰਡ ਦੇ ਵਿੱਚ ਉਪਲਬਧ ਨਹੀਂ ਹੈ। ਉਹ ਮੇਰੇ ਕੋਲ ਨਹੀਂ ਹੋਣੀ, ਉਹ ਫਾਈਲ 'ਚ ਹੋਣੀ ਹੈ। ਉਹ ਆ ਲਓ, ਜਿੱਦਾਂ ਤੁਸੀਂ ਇਹਦਾ ਉਤਾਰਾ ਰੱਖਿਆ ਹੋਇਆ, ਉਹਦਾ ਵੀ ਉਤਾਰਾ ਰੱਖਿਆ ਹੋਊਗਾ ਨਾ ਸੰਜੀਵ ਜੀ? ਬੈਠੋ। ਆ ਦੇਖੋ, ਆ 500 ਰੁਪਏ ਜਮ੍ਹਾਂ ਕਰਾਇਆ ਮੈਂ, ਫਾਈਲ ਦੀ ਫੋਟੋ ਕਾਪੀ ਲੈਣ ਦੀ, ਅੱਜ ਤੱਕ ਮੈਨੂੰ ਫਾਈਲ ਨਹੀਂ ਦਿੱਤੀ ਗਈ। ਹਾਂ, ਇਹ ਤੁਹਾਡੇ ਨਾਲ ਹੀ ਸਾਰੀ ਰੰਜਿਸ਼ ਕਿਉਂ ਕੱਢੀ ਜਾ ਰਹੀ ਹੈ? ਆ 276, ਇੱਕ ਮਿੰਟ ਪਲੀਜ਼, ਆ 276। ਜੇ ਜਲੰਧਰ ਇੰਪਰੂਵਮੈਂਟ ਟਰਸਟ ਮਹਿਕਮਾ ਹੋਵੇ, ਚਾਹੇ ਲੈਂਡ ਮਾਫੀਆ ਜਿਹਨੂੰ ਤੁਸੀਂ ਕਹਿ ਰਹੇ ਹੋ, ਤੁਹਾਡੇ ਨਾਲ ਹੀ ਰੰਜਿਸ਼ ਕਿਉਂ? ਕਿਉਂਕਿ ਮੈਂ ਉਹਨਾਂ ਦੇ ਕੰਮ ਨਹੀਂ ਕਰਦਾ ਤੇ ਮੈਂ ਉਹਨਾਂ ਦੀਆਂ ਪ੍ਰਾਪਰਟੀਆਂ ਬਾਹਰ ਕੱਢੀਆਂ ਜਿਹੜੇ ਉਹਨੇ ਕਬਜ਼ੇ ਕੀਤੇ ਹੋਏ ਆ, ਇਸ ਲਈ। ਕੋਈ ਪ੍ਰਾਪਰਟੀ ਦੀ ਡਿਟੇਲ ਦੱਸ ਦਿਓ ਜੇ ਮਾਫੀਆ ਦਾ ਨਾਮ ਨਹੀਂ ਲੈਣਾ। ਇਹ ਮੈਂ ਨਹੀਂ ਕਹਿ ਸਕਦਾ, ਚੇਅਰਮੈਨ ਸਾਹਿਬ ਦੱਸ ਸਕਦੇ ਤੁਹਾਨੂੰ ਕਿ ਕਿਹੜੀਆਂ ਮੈਂ ਪ੍ਰਾਪਰਟੀਆਂ ਕੱਢੀਆਂ, ਕਿਹੜੀਆਂ ਨਹੀਂ ਕੱਢੀਆਂ। ਮੈਂ ਟਰਸਟ ਦੇ ਹਿੱਤ ਲਈ ਕੰਮ ਕੀਤਾ। ਉਹ ਬੰਦਿਆਂ ਨੂੰ ਇਹ ਹਜਮ ਨਹੀਂ ਹੁੰਦਾ ਕਿ ਸਾਡੇ ਜਿਹੜੇ ਕਬਜ਼ੇ ਥੱਲੇ ਚੀਜ਼ਾਂ ਹੈਗੀਆਂ ਸਾਡੇ ਦੇ ਵਿੱਚ ਨਹੀਂ। ਪਰ ਤੁਸੀਂ ਕਿਸੇ ਦਾ ਕਬਜ਼ਾ ਹਟਾ ਕੇ ਤੇ ਆਪ ਤਾਂ ਕਬਜ਼ਾ ਹੀ ਕੀਤਾ ਨਾ, ਬਿਨਾਂ ਪਰਮਿਸ਼ਨ। ਜਿਹੜੇ ਤੁਸੀਂ ਚਾਹੇ ਵਾਈਫ ਦੇ ਨਾਂ ਲਏ, ਚਾਹੇ ਤੁਸੀਂ ਕਬਜ਼ਾ ਕਿੱਦਾਂ ਹੋ ਗਿਆ? ਉਹਦੀ ਰਜਿਸਟਰੀ ਹੋਈ ਆ ਬਕਾਇਦਾ, ਮੈਂ ਸੈਕਿੰਡ ਪਾਰਟੀ ਤੋਂ ਖਰੀਦਿਆ, ਮੈਂ ਟਰਸਟ ਤੋਂ ਤਾਂ ਨਹੀਂ ਕੋਈ ਲਿੱਤਾ, ਮੈਂ ਤਾਂ ਓਪਨ ਮਾਰਕੀਟ ਤੋਂ ਖਰੀਦਿਆ। ਮੈਂ ਓਪਨ ਕਿਹੜੇ ਬੰਦੇ ਤੋਂ ਖਰੀਦਿਆ ਤੁਸੀਂ? ਉਹ ਲੇਡੀ ਸੀਗੀ ਜਿਹਦੇ ਕੋਲ ਅਟਾਰਨੀ ਦੇ ਬੇਸ ਤੇ ਮੈਂ ਖਰੀਦਿਆ। ਕਿਹੜੀ ਲੇਡੀ ਸੀ? ਲੇਡੀ ਉਹ ਸੀ, ਇਹਦਾ ਨਾਮ ਵਿਮਲਾ ਦੇਵੀ, ਉਹ ਕੋਲ ਲਿੱਤਾ। ਉਹਨਾਂ ਨੂੰ ਟਰਸਟ ਨੇ ਅਲਾਟ ਕੀਤਾ ਸੀ? ਉਹਨਾਂ ਨੂੰ ਟਰਸਟ ਨੇ ਅਲਾਟ ਕੀਤਾ, ਟਰਸਟ ਨੇ ਉਹਨਾਂ ਨਾਮ ਰਜਿਸਟਰੀ ਕੀਤੀ। ਮੈਂ ਤੇ ਸੈਕਿੰਡ ਪਾਰਟੀ ਹੈ, ਇਹ ਮੈਨੂੰ ਕਿੱਦਾਂ ਕਹਿ ਸਕਦਾ ਇਹ ਗਲਤ ਪਲਾਟ ਖਰੀਦਿਆ? ਪਲਾਟ ਤਾਂ ਮੈਂ ਸੈਕਿੰਡ ਮਾਰਕੀਟ ਤੋਂ ਖਰੀਦਿਆ ਨਾ। ਜੇ ਓਪਨ ਮਾਰਕੀਟ ਚੋਂ ਖਰੀਦਿਆ, ਜਾਂ ਤੁਹਾਨੂੰ ਪਤਾ ਤੁਸੀਂ ਇੰਪਰੂਵਮੈਂਟ ਟਰਸਟ ਕੰਮ ਕਰਦੇ ਹੋ, ਤੁਹਾਡੇ ਤੇ ਰੋਪ ਲੱਗ ਸਕਦੇ, ਤੁਸੀਂ ਕਿਸੇ ਹੋਰ ਜਗ੍ਹਾ ਖਰੀਦ ਲੈਂਦੇ? ਕਿਉਂ? ਮੈਂ ਜ਼ਰੂਰੀ ਨਹੀਂ ਹੈ ਕਿ ਮੈਂ ਕਿਤੇ ਕੋਈ ਚੋਰੀ ਥੋੜਾ ਕਰਦਾ, ਮੈਂ ਕਿਤੇ ਹੋਰ ਜਾ ਕੇ ਖਰੀਦ ਲਵਾਂ, ਮੈਨੂੰ ਮਿਲ ਕੇ ਮੇਰਾ ਰਾਈਟ ਹੈ ਆਪਣੀ ਚੀਜ਼ ਖਰੀਦਣ ਦਾ। ਇਨਫੋਰਮ ਮੈਂ ਕਰਦਾ ਗਵਰਨਮੈਂਟ ਨੂੰ ਕਿ ਮੈਂ ਪਰਚੇਜ਼ ਕਰ ਰਿਹਾ, ਬਸ। ਤੇ ਇਹ ਮੇਰੀ ਡਿਊਟੀ ਸੀ ਇਨਫੋਰਮ ਕਰਨਾ। ਤੁਹਾਡੀ ਕਿੰਨੀ ਸੈਲਰੀ ਹੈ ਪਰ ਮੰਥ? ਮੇਰੀ ਹੈਗੀ ਹੈ 70,000। ਆ ਤੇ ਕਿੰਨੇ ਦਾ ਪਲਾਟ ਖਰੀਦਿਆ ਤੁਸੀਂ 11 ਦੇ ਵਿੱਚ? 7 ਲੱਖ। 7 ਲੱਖ ਟੋਟਲ ਦੇ ਵਿੱਚ? ਆ ਦੇਖੋ 11 ਦੀ ਇਨਫੋਰਮ ਕੀਤਾ ਗਿਆ ਗਵਰਨਮੈਂਟ ਟਰਸਟ ਨੂੰ ਕਿ ਮੈਂ ਪਲਾਟ ਖਰੀਦਣਾ ਚਾਹੁੰਦਾ। ਆ ਪੜ੍ਹ ਲਓ। ਇਹ ਜਿਹੜੀ ਸਾਰੀ ਮੈਨੂਪੂਲੇਟਡ ਕਹਾਣੀ ਬਣਾਈ ਗਈ ਹੈ ਨਾ, ਮੈਨੂੰ ਇਹ 'ਚ ਇਨਵੋਲਵ ਕਰ ਲੈਂਦੇ ਤਾਂ ਅੱਜ ਤੱਕ ਕੁਝ ਵੀ ਨਹੀਂ ਸੀ ਹੋਣਾ। ਜਿਹੜਾ ਕਿ ਮੈਨੂੰ ਇਨਵੋਲਵ ਕੀਤਾ ਹੀ ਨਹੀਂ ਗਿਆ ਕਿ ਇਹ ਇੱਕ ਸਾਈਡ ਬਣਾ ਕੇ ਉਹਨੂੰ ਸੈਂਡ ਕਰ ਦਿਓ। ਪਰ ਫਿਰ ਘੁੰਮ ਫਿਰ ਕੇ ਗੱਲ ਇੱਕੋ ਜਗ੍ਹਾ ਤੇ ਫਸੀ ਹੋਈ ਹੈ ਕਿ ਜਿਹੜੇ ਭ੍ਰਸ਼ਟਾਚਾਰ ਦੇ ਆਰੋਪਾਂ ਤੇ ਕਿਸੇ ਜਾਂਚ ਅਧਿਕਾਰੀ ਨੇ ਚਾਰਜ ਸ਼ੀਟ ਤਿਆਰ ਕੀਤੀ ਹੈ, ਉਹਦੇ ਵਿੱਚ ਕੁਝ ਤੇ ਸੱਚਾਈ ਹੋਏਗੀ। ਚਾਰਜ ਸ਼ੀਟ ਦਾ ਮਤਲਬ ਇਹ ਨਹੀਂ ਹੈ ਐਲੀਗੇਸ਼ਨ ਲੱਗ ਗਏ, ਉਹਨਾਂ ਨੇ ਮੇਰੇ ਕੋਲ ਪੁੱਛਿਆ। ਸਰ ਅਸੀਂ ਵੀ ਕ੍ਰਾਈਮ ਦੀਆਂ ਖਬਰਾਂ ਕਵਰ ਕਰੀ ਦੀਆਂ। ਥਾਣੇ ਦੇ ਵਿੱਚ
ਕਈ ਸ਼ਿਕਾਇਤਾਂ ਆਉਂਦੀਆਂ, ਲੇਕਿਨ ਚਾਰਜ ਸ਼ੀਟ ਜਾਂਚ ਤੋਂ ਬਾਅਦ ਹੀ ਬਣਾਈ ਜਾਂਦੀ ਹੈ। ਜਾਂਚ ਮੇਰੀ ਕੀਤੀ ਨਹੀਂ, ਮੈਂ ਤਾਂ ਕਹੀ ਜਾਂਦਾ ਮੈਂ ਤਾਂ ਐਪਲੀਕੇਸ਼ਨ ਦਿੱਤੀ ਹੈ, ਮੈਨੂੰ ਜਾਂਚ ਵਿੱਚ ਸ਼ਾਮਿਲ ਕੀਤਾ ਜਾਵੇ। ਮੈਂ ਤਾਂ ਕਹਿੰਦਾ ਮੈਂ ਮੈਨੂੰ ਕਰੋ, ਮੈਂ ਤਾਂ ਰਿਕੁਐਸਟ ਕਰਦਾ ਮੈਂ ਰਿਟਰਨ ਦੇ ਵਿੱਚ ਕਿ ਮੈਨੂੰ ਸ਼ਾਮਿਲ ਕਰੋ। ਮੈਨੂੰ ਕਿਉਂ ਨਹੀਂ ਕੀਤਾ ਗਿਆ ਸ਼ਾਮਿਲ? ਜੇ ਮੇਰੇ ਅਗੇਂਸਟ ਦੀ ਕੰਪਲੇਂਟ ਹੈ ਤਾਂ ਮੈਨੂੰ ਕਿਉਂ ਨਹੀਂ ਸ਼ਾਮਿਲ? ਤੁਹਾਡੇ ਨਾਲ ਦੀ ਸੀਟ ਕਿਹਨਾਂ ਦੀ ਹੈਗੀ ਹੈ? ਹਾਂਜੀ, ਇਹ ਨਾਲ ਦੀ ਸੀਟ ਕਿਹਨਾਂ ਦੀ ਹੈਗੀ ਹੈ? ਇਹ ਮੁੰਡਾ ਨਹੀਂ ਲੈ ਗਿਆ ਹੋਇਆ, ਤੇ ਇਹਦੇ ਤੇ ਥੋੜੀ ਦੇਰ ਪਹਿਲਾਂ ਇੱਕ ਮੈਡਮ ਬੈਠੇ ਹੋਏ ਉਹ ਸੀਗੇ, ਕੰਪਿਊਟਰ ਆਪਰੇਟਰ, ਉਹ ਤਾਂ ਕੰਪਿਊਟਰ ਆਪਰੇਟਰ। ਉਹਨਾਂ ਦਾ ਇੱਥੇ ਬੈਠਣਾ ਜਾਂ ਤੁਹਾਡੇ ਨਾਲ ਗੱਲ ਕਰਨਾ ਕਿੰਨਾ ਕੁ ਵਾਜਿਬ ਹੈ? ਉਹ ਤਾਂ ਮੈਂ ਟਾਈਪ ਕਰਵਾਉਣੀ ਸੀ, ਉਹਨੂੰ ਮੈਂ ਕਹਿ ਰਿਹਾ ਸੀ ਆ ਚੀਜ਼ ਮੇਰੀ ਲਿਖ ਦੇ, ਕਿਉਂਕਿ ਮੈਂ ਆਪਣਾ ਜਵਾਬ ਬਣਾਉਣਾ ਸੀ, ਇੱਕ ਹੋਰ ਗਵਰਨਮੈਂਟ ਨੂੰ ਭੇਜਣਾ ਸੀ। ਉਹ ਮੈਂ ਕਿਹਾ ਸੀ ਆਹ ਚੀਜ਼ਾਂ, ਪਰ ਤੁਸੀਂ ਉਹ ਜਵਾਬ ਬਣਾਉਣ ਲਈ ਗਵਰਨਮੈਂਟ EMPLOYEE ਦਾ ਯੂਜ਼ ਕਰ ਸਕਦੇ ਹੋ। ਹਾਂ, ਕਿਉਂ ਮੈਂ ਟਰਸਟ ਵਿੱਚ ਹੈ ਹਾਲੇ, ਤੇ ਮੈਨੂੰ ਆਰਡਰ ਰਿਲੀਜ਼, ਜਦੋਂ ਮੈਨੂੰ ਆਰਡਰ ਰਿਸੀਵ ਹੋਏ ਨੇ ਮੈਂ ਚੱਲ ਜਾਣਾ, ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ। ਸਰ ਇਦਾਂ ਤੇ ਕੋਰਟ ਦੇ ਸੰਮਨ ਕਈ ਆਰੋਪੀਆਂ ਦੇ ਘਰ ਜਾਂਦੇ ਨੇ, ਉਹ ਰਿਸੀਵ ਨਹੀਂ ਕਰਦੇ। ਸੁਣਨ ਚ ਆ ਰਿਹਾ ਤੁਹਾਨੂੰ ਵੀ ਟ੍ਰਾਂਸਫਰ ਆਰਡਰ ਭੇਜੇਗਾ, ਤੁਸੀਂ ਰਿਸੀਵ ਨਹੀਂ ਕੀਤਾ। ਮੈਨੂੰ ਦੱਸਣ ਕਿੱਥੇ ਮੇਰੇ ਘਰ ਭੇਜਿਆ ਗਿਆ ਜਾਂ ਮੈਨੂੰ ਇੱਥੇ ਭੇਜਿਆ ਗਿਆ, ਦੱਸੇ ਮੈਨੂੰ। ਜਾਂ ਮੈਂ ਜਿਸ ਬੰਦੇ ਨੂੰ ਭੇਜਿਆ ਉਹਨੇ ਲਿਖਿਆ ਕਿ ਮੈਂ ਰਿਫਿਊਜ਼ ਕੀਤੇ। ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਉੱਤੇ ਭ੍ਰਸ਼ਟਾਚਾਰ ਦੇ ਆਰੋਪ ਲੱਗੇ ਨੇ। ਚਾਰ ਸ਼ੀਟ ਜਿਹੜੀ ਹੈ ਹੋਈ ਹੈ, ਇਹਨਾਂ ਦਾ ਜਿਹੜਾ ਪੱਖ ਹੈ ਸੰਤੁਸ਼ਟਜਨਕ ਨਹੀਂ ਹੈ, ਕਿਉਂਕਿ ਕਾਗਜ਼ ਇਹ ਕਈ ਦਿਖਾ ਰਹੇ ਨੇ ਲੇਕਿਨ ਉਹਨਾਂ ਵਿੱਚ ਸੰਤੁਸ਼ਟੀਜਨਕ ਜਵਾਬ ਜਿਹੜਾ ਕੋਈ ਨਹੀਂ ਹੈਗਾ, ਕਿਉਂਕਿ ਇਹ ਜ਼ੋਰ ਦੀ ਬੋਲ ਕੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ। ਲੇਕਿਨ ਸਾਈਡਡ ਨਹੀਂ ਆਈਦਾ, ਜੇ ਗੱਲ ਸੁਣੀ ਤੇ ਪੂਰੀ ਸੁਣੀ ਦੀ ਹੈ, ਵਨ ਸਾਈਡਡ ਨਹੀਂ ਆਈਦਾ ਹਮੇਸ਼ਾ। ਤੁਹਾਡਾ ਹਰ ਇੱਕ ਕਾਗਜ਼ ਅਸੀਂ ਔਨ ਕੈਮਰਾ ਲਾਈਵ ਜਿਹੜਾ ਦਿਖਾਇਆ ਗਿਆ। ਬਿਲਕੁਲ ਸਰ, ਬਿਲਕੁਲ ਠੀਕ ਹੈ। ਜਦ ਤੱਕ ਤੁਸੀਂ ਕਹੋ ਤੁਹਾਡਾ ਕੋਈ ਡਾਕੂਮੈਂਟ ਜਿਹੜਾ ਤੁਸੀਂ ਦਿਖਾਇਆ ਹੋਵੇ ਪੇਸ਼ੈਂਟਲੀ, ਉਹਨੂੰ ਨਹੀਂ ਦਿਖਾਇਆ ਹੋਵੇ, ਕਾਗਜ਼ ਕਿਸੇ ਨੂੰ ਨਹੀਂ ਪੜਨਾ। ਤੁਸੀਂ ਜੋ ਬੋਲ ਰਹੇ ਹੋ ਜ਼ਿਆਦਾ ਸੁਣਨਾ। ਇਹ ਗੱਲ ਤੁਸੀਂ ਜਿਹੜੇ ਬਾਰ-ਬਾਰ ਕਰਪਸ਼ਨ ਭ੍ਰਿਸ਼ਟਾਚਾਰ ਕਰ ਰਹੇ ਹੋ ਨਾ, ਇਹ ਸਾਬਤ ਕਰ ਦਿਓ। ਮੈਂ ਤਾਂ ਕਹਿੰਦਾ ਮੈਂ, ਪਰ ਤੁਹਾਡੇ ਤੇ ਆਰੋਪ ਲੱਗੇ ਆ, ਮੈਂ ਉਹੀ ਕਹਿ ਰਿਹਾ। ਮੇਰੀ ਗੱਲ, ਪਰ ਮੈਂ ਕੱਲ ਕਹਿ ਦੂੰਗਾ ਜੀ ਤੁਸੀਂ ਇਹਨਾਂ ਕਰਪਸ਼ਨ ਦੇ ਆਰੋਪ ਤੁਹਾਡੇ ਤੇ ਲੱਗੇ ਆ। ਆਰੋਪ ਤਾਂ ਮੈਂ ਚਾਰਜ ਸ਼ੀਟ ਤਿਆਰ ਹੋਈ ਹੈ, ਚਾਰਜ ਸ਼ੀਟ ਹੋਈ ਹੈ, ਮੈਂ ਜਵਾਬ ਦੇ ਰਿਹਾ। ਟ੍ਰਾਂਸਫਰ ਹੋਈ ਹੈ, ਜਦੋਂ ਟ੍ਰਾਂਸਫਰ ਹੋਈ ਹੈ, ਜਦੋਂ ਚਾਰਜ ਸ਼ੀਟ ਟ੍ਰਾਂਸਫਰ ਹੋਈ ਹੈ, ਜਦੋਂ ਚਾਰਜ ਟ੍ਰਾਂਸਫਰ ਹੋਈ ਹੈ, ਟ੍ਰਾਂਸਫਰ ਹੋਈ ਹੈ, ਟ੍ਰਾਂਸਫਰ ਹੋਈ ਹੈ। ਮੈਨੂੰ ਦਿਓ ਆਰਡਰ। ਜਲੰਧਰ ਦੇ ਇੰਪਰੂਵਮੈਂਟ ਟਰਸਟ ਦੇ ਆਫਿਸ ਦੇ ਵਿੱਚ ਸੰਜੀਵ ਕਾਲੀਆ ਨਾਮ ਦਾ ਇਹ ਅਧਿਕਾਰੀ, ਜਿਹਦੀ ਟ੍ਰਾਂਸਫਰ ਦੇ ਆਰਡਰ ਗੋਲਮਾਲ ਨਿਊਜ਼ ਨੇ ਹੀ ਪ੍ਰਮੁਖਤਾ ਦੇ ਨਾਲ ਪ੍ਰਕਾਸ਼ਿਤ ਕੀਤੇ ਸੀਗੇ। ਚਾਰਜ ਸ਼ੀਟ ਦੀ ਕਾਪੀ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤੀ ਸੀਗੀ। ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹਨਾਂ ਦਾ ਜਲੰਧਰ ਆਫਿਸ ਤੋਂ, ਜਲੰਧਰ ਸੀਟ ਤੋਂ ਮੋਹ ਭੰਗ ਨਹੀਂ ਹੋ ਰਿਹਾ। ਇਹ ਨਵਾਂ ਸ਼ਹਿਰ ਜਾ ਕੇ ਰਾਜੀ ਨਹੀਂ ਹੈਗੇ। ਆਰਡਰ ਇਹਨਾਂ ਨੂੰ ਭੇਜੇ ਜਾਂਦੇ ਨੇ, ਇਹ ਰਿਸੀਵ ਨਹੀਂ ਕਰਦੇ ਔਰ ਬਾਰ-ਬਾਰ ਕਹਿ ਰਹੇ ਨੇ ਕਿ ਪੁੱਛਾ ਦਿਓ, ਮੈਨੂੰ ਪ੍ਰੂਫ ਕਰ ਦਿਓ ਕਿ ਆਰਡਰ ਕਿੱਥੇ ਭੇਜੇ ਗਏ, ਜਿਸ ਦਾ ਜਵਾਬ ਵੀ ਅਸੀਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਦਲਜੀਤ ਸਿੰਘ ਜੀ ਆਲੂਵਾਲੀਆ ਕੋਲ ਲੈਣ ਦੀ ਕੋਸ਼ਿਸ਼ ਕਰਾਂਗੇ। ਜਿਨ੍ਹਾਂ ਤੇ ਇਹਨਾਂ ਨੇ ਆਰੋਪ ਲਗਾਏ, ਉਹਨਾਂ ਨੂੰ ਇਹ ਲੈਂਡ ਮਾਫੀਆ ਦੱਸ ਰਹੇ ਨੇ ਕਿ ਇਹਨਾਂ ਨੇ ਉਹਨਾਂ ਦੇ ਪਲਾਟ ਕੱਢੇ ਨੇ ਭ੍ਰਸ਼ਟਾਚਾਰ ਦੇ ਅਧੀਨ, ਤੇ ਉਹਨਾਂ ਦੀ ਗੱਲ ਨਹੀਂ ਸੁਣੀ। ਲੇਕਿਨ ਇਹਨਾਂ ਦੇ ਉੱਤੇ ਜਿਹੜੇ ਆਰੋਪ ਲੱਗੇ ਨੇ ਉਹ ਟਰਸਟ ਦੀ ਜ਼ਮੀਨ ਦੇ ਉੱਤੇ ਪਲਾਟ ਲੈਣ ਦੇ ਲੱਗੇ ਨੇ, ਜਿਸ ਦਾ ਤੁਸੀਂ ਆਪਣੇ ਆਪ ਦੱਸਿਆ ਕਿ 18 ਮਹੀਨਿਆਂ 'ਚ 8 ਬਦਲੀਆਂ ਹੋਈਆਂ। ਤੁਸੀਂ ਬੋਲੀ ਯਾਰ, ਮੇਰੀ ਸੁਣੀ। ਆ ਕਰਤਾਰਪੁਰ ਦੇ ਆਰਡਰ ਵੇਖ ਲਓ ਜੀ। ਹੁਣ ਦੱਸੋ, ਹੁਣ ਕਿਤੇ ਬਦਲੀ ਹੈ? ਕਿਸ ਚੀਜ਼ ਦੀ ਬਦਲੀ ਹੈ? ਕਿੱਥੇ ਦੇ ਆਰਡਰ? ਮੇਰੇ ਕਿਹੜਾ ਕਰਤਾਰਪੁਰ ਮੈਨੂੰ ਨਵਾਂ ਸ਼ਹਿਰ ਦੇ ਕੀਤਾ? ਆ ਨਵੇਂ ਆਰਡਰ ਪੜ੍ਹ ਲਓ ਸਾਹਿਬ। ਇਹ ਤਾਂ ਐਡਿਟਡ ਲੱਗ ਰਿਹਾ ਸਰ, ਸਾਫ਼ ਤੌਰ ਤੇ। ਹਾਂਜੀ, ਤੁਸੀਂ ਦੇਖ ਸਕਦੇ ਹੋ ਮੋਬਾਈਲ ਦੇ ਵਿੱਚ ਇੱਕ ਆਰਡਰ ਦਿਖਾਇਆ ਜਾ ਰਿਹਾ ਜਿਹੜਾ ਐਡਿਟਡ ਲੱਗ ਰਿਹਾ। ਤੁਸੀਂ ਉਹ ਪਿੱਛੇ ਕਰ ਲਿਆ ਗਿਆ। ਤੁਸੀਂ ਪਿੱਛੇ ਨਾ ਕਰੋ ਸਰ, ਤੁਸੀਂ ਮੋਬਾਈਲ ਦੇ ਵਿੱਚ ਹੀ, ਮੋਬਾਈਲ ਦੇ ਵਿਊ ਦਾ ਹੀ ਇਹਨਾਂ ਨੇ ਪ੍ਰਿੰਟ ਕੱਢ ਕੇ ਵੀ ਰੱਖਿਆ ਹੋਇਆ। ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਜ਼ੀਰੋਜ਼ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਮੈਨੂਪੂਲੇਟ ਕੀਤਾ ਗਿਆ ਹੈ। ਹਾਂ, ਗਵਰਨਮੈਂਟ ਦੀ ਲੈਟਰ ਐਡਿਟ ਹੋ ਗਈ। ਥੈਂਕ ਯੂ ਬॉस, ਥੈਂਕ ਯੂ। ਮੈਨੂੰ ਨਹੀਂ ਸੀ ਪਤਾ ਇਦਾਂ ਐਡਿਟ ਹੁੰਦੀ ਹੈ। ਥੈਂਕ ਯੂ। ਤੁਸੀਂ ਦੇਖ ਸਕਦੇ ਹੋ ਕਿ ਆਪਣਾ ਪੱਖ ਜਿਹੜਾ ਆ ਰੱਖਿਆ ਜਾ ਰਿਹਾ ਸੰਜੀਵ ਕਾਲੀਆ ਵੱਲੋਂ, ਲੇਕਿਨ ਸੰਤੁਸ਼ਟਜਨਕ ਜਿਹੜੇ ਜਵਾਬ ਨੇ ਉਹ ਨਹੀਂ ਦਿੱਤੇ ਜਾ ਰਹੇ, ਕਿਉਂਕਿ ਜਲੰਧਰ ਸੀਟ ਤੋਂ ਇਹਨਾਂ ਦਾ ਜਿਹੜਾ ਮੋਹ ਹੈ ਉਹ ਭੰਗ ਨਹੀਂ ਹੋ ਰਿਹਾ। ਤੁਸੀਂ ਲਾਈਵ ਇਹ ਤਸਵੀਰਾਂ ਜਲੰਧਰ ਇੰਪਰੂਵਮੈਂਟ ਟਰਸਟ ਤੋਂ ਦੇਖ ਰਹੇ ਹੋ। ਤੁਹਾਡੀ ਅਸੀਂ ਜਿਹੜੀ ਹੈ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਲੰਧਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨਾਲ। ਹਰ ਕਾਗਜ਼ ਉਹਨਾਂ ਦਾ ਜਿਹੜਾ ਆ ਲਾਈਵ ਅਸੀਂ ਦਿਖਾਇਆ ਦਰਸ਼ਕਾਂ ਨੂੰ, ਪਾਠਕਾਂ ਨੂੰ, ਲੇਕਿਨ ਕਿਸੇ ਤਰੀਕੇ ਦਾ ਸੰਤੁਸ਼ਟਜਨਕ ਜਵਾਬ ਜਿਹੜਾ ਸੰਜੀਵ ਕਾਲੀਆ ਜੀ ਨਹੀਂ ਦੇ ਸਕੇ। ਤੁਹਾਡੀ ਕੋਸ਼ਿਸ਼ ਕਰਾਂਗੇ ਜਿਹੜੇ ਚੇਅਰਮੈਨ ਨੇ ਉਹਨਾਂ ਨਾਲ ਗੱਲ ਕਰਵਾਉਣ ਦੀ। ਚੇਅਰਮੈਨ ਸਾਹਿਬ ਨੂੰ ਮਿਲਣਾ ਹੈ। ਸੰਜੀਵ ਕਾਲੀਆ ਜੀ ਇੱਥੋਂ ਟ੍ਰਾਂਸਫਰ ਕਰ ਦਿੱਤੇ ਗਏ ਨੇ, ਲੇਕਿਨ ਉਹ ਜਲੰਧਰ ਦੀ ਸੀਟ ਤੇ ਬੈਠੇ ਹੋਏ ਨੇ। ਅਸੀਂ ਲਾਈਵ ਇਸ ਵੇਲੇ ਚੈਨਲ ਦੇ ਉੱਤੇ ਉਹਨਾਂ ਦੀ ਜਿਹੜੀਆਂ ਤਸਵੀਰਾਂ ਦਿਖਾਈਆਂ। ਅਸੀਂ ਚੇਅਰਮੈਨ ਜੀ ਨਾਲ ਗੱਲ ਕਰਨਾ ਚਾਹੁੰਦੇ ਹਾਂ। ਠੀਕ ਹੈ ਭਾਈ, ਠੀਕ ਆਓ ਸਰ ਚੈਨਲ ਤੋਂ ਆਏ
ਕੋਈ ਗੱਲ ਕਰ ਰਹੇ ਚੇਅਰਮੈਨ ਸਾਹਿਬ, ਗੋਲਮਾਨ ਨਿਊਜ਼ ਤੋਂ ਅਸੀਂ ਲਾਈਵ ਇਸ ਵੇਲੇ ਜੁੜੇ ਹੋਏ ਹਾਂ। ਸੰਜੀਵ ਕਾਲੀਆ ਨਾਮ ਦਾ ਇੱਕ ਅਧਿਕਾਰੀ ਹੈ ਜਿਹਦੇ ਉੱਤੇ ਭ੍ਰਸ਼ਟਾਚਾਰ ਦੇ ਆਰੋਪ ਨੇ। ਟ੍ਰਾਂਸਫਰ ਹੋ ਗਿਆ ਚਾਰਜਸ਼ੀਟ ਹੋਣ ਤੋਂ ਬਾਅਦ, ਲੇਕਿਨ ਜਲੰਧਰ ਸੀਟ ਦਾ ਮੋਹ ਭੰਗ ਨਹੀਂ ਹੋ ਰਿਹਾ। ਹੱਲੇ ਵੀ ਇੱਥੇ ਹੀ ਬੈਠੇ ਹੋਏ ਨੇ ਔਰ ਆਰੋਪ ਲਗਾ ਰਹੇ ਨੇ ਕਿ ਟਰਸਟ ਵੱਲੋਂ ਉਹਨਾਂ ਨੂੰ ਆਰਡਰ ਜਾਂ ਸਰਕਾਰ ਵੱਲੋਂ ਆਰਡਰ ਭੇਜੇ ਨਹੀਂ ਜਾ ਰਹੇ। ਪ੍ਰੂਫ ਹੈ ਸਰ, ਉਹ ਕਾਫੀ ਕਾਗਜ਼ ਦਿਖਾ ਰਹੇ ਨੇ ਕਿ ਮੈਂ ਇਹ ਚੀਜ਼ ਮੰਗੀ, ਮੈਂ ਆਹ ਚੀਜ਼ ਮੰਗੀ, ਮੈਨੂੰ ਦਿੱਤੀ ਨਹੀਂ ਗਈ। ਉਹਦੇ ਵਾਸਤੇ ਸਾਡੇ ਈਓ ਸਾਹਿਬ ਬੈਠੇ ਤੁਸੀਂ ਲਾਈਵ ਇਸ ਵੇਲੇ ਚੇਅਰਮੈਨ ਇੰਪਰੂਵਮੈਂਟ ਟਰਸਟ ਨੂੰ ਸੁਣਿਆ। ਉਹਨਾਂ ਨੇ ਕਿਹਾ ਅਸੀਂ 15 ਦਿਨ ਤੋਂ ਵੱਧ ਹੋ ਗਏ ਨੇ ਜਿਹੜਾ ਰਿਲੀਵ ਆਰਡਰ ਉਹਨਾਂ ਨੂੰ ਦੇ ਚੁੱਕੇ ਆ। ਸਰ ਉਹ ਕਹਿੰਦੇ ਜੀ ਮੈਨੂੰ ਰਿਸੀਵ ਨਹੀਂ ਹੋਇਆ। ਉਹਦਾ ਸਰ ਜਿਹੜੀ ਭ੍ਰਸ਼ਟਾਚਾਰ ਦੇ ਆਰੋਪ ਲੱਗੇ ਨੇ, ਚਾਰਜ ਸ਼ੀਟ ਜਾਂਚ ਹੋਣ ਤੋਂ ਬਾਅਦ ਲੱਗੇ ਨੇ। ਆਓ ਸਰ ਈਓ ਸਾਹਿਬ ਈਓ ਸਾਹਿਬ ਨਾਲ ਤੁਹਾਡੀ ਗੱਲ ਕਰਵਾਉਂਦੇ ਆ, ਕਿਉਂਕਿ ਚੇਅਰਮੈਨ ਕੋਲ ਹਰ ਚੀਜ਼ ਦੀ ਜਿਹੜੀ ਜਾਂਚ ਦੇ ਅਧਿਕਾਰ ਨਹੀਂ ਹੁੰਦੇ, ਕਿਉਂਕਿ ਰਾਜਨੀਤਿਕ ਪੋਸਟ ਹੈ, ਜਿਹੜੀ ਅਫੀਸ਼ੀਅਲ ਪੋਸਟ ਹੈ ਉਹ ਈਓ ਦੀ ਹੈ। ਅਸੀਂ ਲਾਈਵ ਇਸ ਵੇਲੇ ਜਿਹੜਾ ਆ ਈਓ ਜਤਿੰਦਰ ਸਿੰਘ ਜੀ ਨਾਲ ਜੁੜ ਰਹੇ ਹਾਂ। ਜਤਿੰਦਰ ਜੀ, ਅਸੀਂ ਪ੍ਰਮੁਖਤਾ ਨਾਲ ਇੱਕ ਖਬਰ ਪ੍ਰਕਾਸ਼ਿਤ ਕੀਤੀ ਸੀਗੀ ਕਿ ਸੰਜੀਵ ਕਾਲੀਆ ਨਾਮ ਦੇ ਅਧਿਕਾਰੀ ਦੀ ਟ੍ਰਾਂਸਫਰ ਕੀਤੀ ਗਈ ਹੈ ਆਫਟਰ ਚਾਰਜਸ਼ੀਟ। ਭ੍ਰਸ਼ਟਾਚਾਰ ਦੇ ਆਰੋਪ ਉਹਨਾਂ ਤੇ ਲੱਗੇ ਸੀਗੇ। ਅੱਜ ਇਨਫੋਰਮੇਸ਼ਨ ਮਿਲੀ ਕਿ ਲਗਾਤਾਰ ਉਹ ਜਲੰਧਰ ਆਪਣੀ ਸੀਟ 'ਚ ਬੈਠ ਰਹੇ ਨੇ, ਨਵਾਂ ਸ਼ਹਿਰ ਨਹੀਂ ਗਏ। ਚੇਅਰਮੈਨ ਸਾਹਿਬ ਨੂੰ ਪੁੱਛਿਆ, ਉਹ ਕਹਿੰਦੇ ਰਿਸੀਵ ਕਰਵਾਤਾ ਹੈ। ਉਹਨਾਂ ਦਾ ਕਹਿਣਾ ਮੈਨੂੰ ਆਰਡਰ ਰਿਸੀਵ ਨਹੀਂ ਹੋਇਆ। ਨਹੀਂ ਹੋ ਗਿਆ ਜੀ, ਉਹਨੂੰ ਅਸੀਂ ਦਿੱਤਾ ਹੈਗਾ ਚੜਾ ਕੇ, ਉਹਨਾਂ ਨੂੰ ਰਿਸੀਵ ਹੋਣ ਨਹੀਂ ਹੁੰਦੇ। ਇਹ ਆਰਡਰ ਗਵਰਨਮੈਂਟ ਹੀ ਕਰਦੀ ਹੈਗੀ, ਤੇ ਕੋਈ ਰਿਸੀਵ ਨਹੀਂ ਕਰਨੇ ਹੁੰਦੇ ਕਿਸੇ ਨੇ ਆ ਕੇ ਵੀ ਮੈਂ ਰਿਸੀਵ ਨਹੀਂ ਕਰੇ। ਕੱਲ ਨੂੰ ਤਾਂ ਮੇਰੇ ਆਰਡਰ ਹੋਣਗੇ, ਮੈਂ ਰਿਸੀਵ ਨਹੀਂ ਕੀਤੇ, ਮੈਂ ਤਾਂ ਜਲੰਧਰ ਹੀ ਬੈਠਾ। ਇਹ ਗਵਰਨਮੈਂਟ ਦੇ ਆਰਡਰ ਨੇ। ਦੂਸਰੀ ਗੱਲ, ਜਿਹੜਾ ਜਾਂਚ ਅਧਿਕਾਰੀ ਦੇ ਉੱਤੇ ਉਹਨਾਂ ਨੇ ਆਰੋਪ ਲਾਏ ਸੰਜੀਵ ਕਾਲੀਆ ਜੀ ਨੇ, ਮੈਨੂੰ ਜਾਂਚ 'ਚ ਸ਼ਾਮਲ ਨਹੀਂ ਕੀਤਾ ਗਿਆ, ਮੇਰਾ ਪੱਖ ਨਹੀਂ ਸੁਣਿਆ ਗਿਆ। ਇਹ ਜਾਂਚ ਅਧਿਕਾਰੀ ਡਿਪਟੀ ਡਾਇਰੈਕਟਰ ਅਰਬਨ ਲੋਕਲ ਬੋਡੀਜ਼ ਨੇ, ਉਹ ਅਸੀਂ ਨਹੀਂ ਕੀਤੀ। ਦੂਸਰੀ ਚੀਜ਼ ਸਰ, ਉਹਨਾਂ ਨੇ ਆਰੋਪ ਲਗਾਇਆ ਕਿ ਜਿਹੜਾ ਉਹਨਾਂ ਨੇ ਪਲਾਟ ਖਰੀਦਿਆ, ਜਿਹੜਾ ਉਹਨਾਂ ਤੇ ਆਰੋਪ ਲੱਗਿਆ ਸੀਗਾ, ਉਹਦਾ ਸਫਾਈ ਦਿੱਤੀ ਹੈ ਕਿ ਜਿਹੜਾ ਉਹਨਾਂ ਨੇ ਪਲਾਟ ਖਰੀਦਿਆ ਉਹ ਸੈਕਿੰਡ ਪਾਰਟੀ ਖਰੀਦਿਆ, ਜਿਹਦੇ ਵਿੱਚ ਉਹਨਾਂ ਨੇ ਇਨਫੋਰਮ ਵੀ ਕੀਤਾ, ਪਰਮਿਸ਼ਨ ਮੰਗਣ ਦੀ ਲੈਟਰ ਵੀ ਕੱਢੀ ਹੈ, ਲੇਕਿਨ ਉਹਨਾਂ ਦਾ ਜਦੋਂ ਜਵਾਬ ਨਹੀਂ ਆਉਂਦਾ ਤੇ ਵਾਈਫ ਦੇ ਨਾਂ ਤੇ ਖਰੀਦਾਰੀ ਕੀਤੀ ਗਈ ਹੈ। ਇਹਦੇ ਬਾਰੇ ਤਾਂ ਉਹਦੇ ਵਿੱਚ ਰਜਿਸਟਰੀ ਲੱਗੀ ਹੈ, ਉਹ ਅਸੀਂ ਗਵਰਨਮੈਂਟ ਨੂੰ ਭੇਜ ਦਿੱਤੀ ਹੈਗੀ। ਨਹੀਂ, ਇਹ ਚੀਜ਼ ਸਹੀ ਹੈ ਕਿ ਸੈਕਿੰਡ ਪਾਰਟੀ ਹੈ ਜਾਂ ਵਾਈਫ ਦੇ ਨਾਂ ਤੇ ਰਜਿਸਟਰ? ਵਾਈਫ ਦੇ ਨਾਂ ਤੇ। ਠੀਕ ਹੈ ਜੀ। ਤੇ ਬੀਇੰਗ ਐਨ ਈਓ, ਤੁਸੀਂ ਇਸ ਦੋਨੋਂ ਸਕੀਮਾਂ ਦੇ, ਚਾਹੇ 143 ਪੁਆਇੰਟ ਦੂਜੀ ਹੋਵੇ ਚਾਹੇ 94 ਪੁਆਇੰਟ ਦੂਜੀ ਹੋਵੇ, ਦੋਨਾਂ ਦੇ ਸਕੀਮ ਦੇ ਈਓ ਟਰਸਟ ਦੇ, ਤੇ ਤੁਸੀਂ ਆਪਣਾ ਪੱਖ ਇਹਦੇ ਉੱਤੇ ਕੀ ਰੱਖਣਾ ਚਾਹੁੰਦੇ ਹੋ ਕਿ ਸੰਜੀਵ ਕਾਲੀਆ ਕਿਸ ਚੀਜ਼ 'ਚ ਸਹੀ ਹੈ, ਕਿਸ ਚੀਜ਼ 'ਚ ਗਲਤ ਹੈ? ਨਹੀਂ, ਮੈਂ ਕੁਝ ਨਹੀਂ ਰੱਖ ਸਕਦਾ, ਕਿਉਂਕਿ ਅਸੀਂ ਮੈਂ ਇੱਥੇ ਦਾ ਈਓ ਹੈਗਾ। ਸਾਡੀ ਆਲਰੇਡੀ ਜਿਹੜੀ ਅਥਾਰਟੀ ਹੈਗੀ ਹੈ ਉਹ ਡਾਇਰੈਕਟਰ ਲੋਕਲ ਗਵਰਨਮੈਂਟ ਹੈ ਜਾਂ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਹੈ। ਫਾਈਨਲ ਡਿਸੀਜਨ ਉਹਦਾ ਹੁੰਦਾ ਹੈਗਾ, ਨਾ ਮੈਂ ਕਰ ਸਕਦਾ ਨਾ ਡਿਪਟੀ ਡਾਇਰੈਕਟਰ ਕਰ ਸਕਦਾ। ਅਸੀਂ ਪੂਰਾ ਬਣਾ ਕੇ ਗਵਰਨਮੈਂਟ ਨੂੰ ਭੇਜਤਾ, ਉਹਨਾਂ ਨੇ ਉਹਨਾਂ ਦਾ ਪੱਖ ਸੁਣਿਆ ਨਹੀਂ ਸੁਣਿਆ, ਇਹ ਡਿਪਾਰਟਮੈਂਟ ਦਾ ਆਪਣੇ ਤੇ ਡਿਪੈਂਡ ਸੀ। ਲਾਸਟ ਟ੍ਰਾਂਸਫਰ ਹੋਈ ਹੈ ਜੀ, ਇਸ ਸੀਟ ਤੇ ਬੈਨ ਦੇ ਹੈਗੇ ਨੇ ਨਹੀਂ ਅਲਾਉਡ? ਕੋਈ ਕਾਰਵਾਈ ਇਹਨਾਂ ਦੇ ਉੱਤੇ ਦੇਖਿਆ ਹੈਗਾ? ਮੈਂ ਸੀਟ ਤੇ ਬੈਠੇ ਨਹੀਂ ਦੇਖੇ ਕੋਈ ਕਾਰਵਾਈ। ਜਿੱਦਾਂ ਹੁਣ ਵੀ ਅਸੀਂ ਲਾਈਵ ਜਿਹੜਾ ਉਹਨਾਂ ਦੀ ਤਸਵੀਰਾਂ ਦਰਸ਼ਕਾਂ ਨੂੰ ਵੀ ਦਿਖਾਈਆਂ, ਇਸ ਵੇਲੇ ਵੀ ਬੈਠੇ ਹੋਏ ਨੇ, ਕੋਈ ਉਚਿਤ ਕਾਰਵਾਈ ਉਹਨਾਂ ਤੇ ਬੰਦੀ ਕਾਰਵਾਈ ਕੋਈ ਕੀਤੀ ਜਾਏਗੀ ਟਰਸਟ ਵੱਲੋਂ? ਟਰਸਟ ਵੱਲੋਂ ਕੁਝ ਨਹੀਂ ਕੀਤਾ। ਇਹਦੇ ਆਰਡਰ ਰਿਸੀਵ ਕਰਾਤੇ ਹੈਗੇ ਨੇ, ਉਹਨਾਂ ਨੂੰ ਕੋਈ ਪਰਸਨਲ ਕੰਮ ਹੋ ਸਕਦਾ ਹੈਗਾ ਡਿਪਾਰਟਮੈਂਟ 'ਚ, ਪਰ ਉਹ ਆਪਣੀ ਸਰਕਾਰੀ ਸੀਟ ਤੇ ਬੈਠੇ ਨੇ। ਇਹ ਤਾਂ ਹੁਣ ਬੁਲਾ ਕੇ ਪੁੱਛਣਾ ਪੈਣਾ, ਉਹ ਦੱਸਣਗੇ ਇਹਦੇ ਬਾਰੇ। ਬੁਲਾ ਕੇ ਪੁੱਛ ਸਕਦੇ ਸਰ? ਮੈਂ ਤਾਂ ਹੁਣ ਨਹੀਂ ਪੁੱਛੂੰਗਾ, ਆਏ ਹੋਏ ਨੇ ਸਾਡੇ, ਮੀਟਿੰਗ ਚੱਲ ਰਹੀ ਹੈ, ਜਦੋਂ ਬਾਅਦ 'ਚ ਹੋਊਗਾ ਫ੍ਰੀ ਟਾਈਮ ਉਹਨੂੰ ਬੁਲਾ ਲਾਂਗੇ, ਪੁੱਛ ਲਾਂਗੇ। ਤੁਸੀਂ ਇਸ ਵੇਲੇ ਦੇਖਿਆ ਜਿਹੜਾ ਸਾਡਾ ਈਓ ਇੰਪਰੂਵਮੈਂਟ ਟਰਸਟ ਜਲੰਧਰ ਹੈਗੀ, ਕਿਉਂਕਿ ਜਿਹੜਾ ਹੈ ਉਹਨਾਂ ਦੇ ਹੱਥ ਵਸ ਨਹੀਂ ਹੈ। ਲੇਕਿਨ ਸੰਜੀਵ ਕਾਲੀਆ ਜੀ ਦੇ ਬਾਰੇ ਇੰਪਰੂਵਮੈਂਟ ਟਰਸਟ ਚੇਅਰਮੈਨ ਨੇ ਵੀ ਇਹ ਗੱਲ ਕਹੀ ਹੈ ਕਿ ਤਬਾਦਲਾ ਹੋਇਆ ਔਰ ਆਰਡਰ ਇਹਨਾਂ ਨੂੰ ਭੇਜ ਦਿੱਤਾ ਗਿਆ, ਲੇਕਿਨ ਇਹ ਫਿਰ ਆਪਣੀ ਸੀਟ ਦੇ ਉੱਤੇ ਬੈਠੇ ਹੋਏ ਨੇ, ਜਦ ਕਿ ਉਚਿਤ ਜਿਹੜੀ ਕਾਰਵਾਈ ਹੈ ਉਹ ਈਓ ਸਾਹਿਬ ਨੇ ਇਨਕਾਰ ਕਰ ਦਿੱਤਾ ਕਿ ਮੈਂ ਇੱਥੇ ਬੈਠੇ ਦੀ ਕਾਰਵਾਈ ਨਹੀਂ ਕਰ ਸਕਦਾ। ਵੇਲੇ ਟਾਈਮ ਇਹਨਾਂ ਨੂੰ ਬੁਲਾ ਕੇ ਜ਼ਰੂਰ ਪੁੱਛੂੰਗਾ। ਇਹੋ ਜਿਹੇ ਅਪਡੇਟਸ ਨਾਲ ਤੁਹਾਡੇ ਨਾਲ ਦੁਬਾਰਾ ਜੁੜਦੇ ਰਵਾਂਗੇ। ਉਦੋਂ ਤੱਕ ਲਈ ਧੰਨਵਾਦ। ਇਹ ਸ਼ਰੇਆਮ ਜਿਹੜੀ ਹੈ ਚੈਲੰਜ ਕਰ ਰਹੇ ਨੇ, ਚਾਹੇ ਸਰਕਾਰ ਹੈ, ਚਾਹੇ ਟਰਸਟ ਦੇ ਅਧਿਕਾਰੀ ਨੇ, ਚਾਹੇ ਵੱਡੇ ਅਫਸਰ ਨੇ, ਹੁਣੇ ਬੁਲਾ ਲੈਣ, ਹੁਣੇ ਪੁੱਛ ਲੈਣ। ਆ ਸਭ ਕੁਝ ਰਿਕਾਰਡ ਹੈ ਮੇਰੇ ਕੋਲ, ਹੁਣੇ ਬੁਲਾ ਲਓ, ਮੈਂ ਸਾਰਾ ਜਵਾਬ ਦੇ ਦੂੰਗਾ। ਅੱਜ ਭਾਈ ਆ ਤੁਸੀਂ ਕਹਿੰਦੇ ਐਡਿਟ ਹੋਏ ਆ, ਇਹ ਵੀ ਤੁਸੀਂ ਕਨਫਰਮ ਕਰ ਲਓ ਐਡਿਟ ਹੈ ਕਿ ਕੀ ਹੈ, ਇਹ ਵੀ
ਕਨਫਰਮ ਕਰ ਸਕਦੇ ਹੋ ਹਾਲ ਜੇ ਕੋ ਮੈਂ ਨੰਬਰ ਦਿੰਦਾ ਤੁਹਾਨੂੰ ਗਵਰਨਮੈਂਟ ਦਾ ਸੈਕਟਰੀ ਦਾ ਉੱਥੋਂ ਕਨਫਰਮ ਕਰੋ ਇਹ ਐਡਿਟ ਹੋਇਆ ਆਰਡਰ ਤੁਸੀਂ ਕਿਹਾ ਮੈਂ ਐਡਿਟ ਕੀਤੇ ਹੈ ਸੰਜੀਵ ਜੀ ਤੁਹਾਨੂੰ ਅਸੀਂ ਬੜੀ ਕਲੈਰਿਟੀ ਨਾਲ ਇੱਕ ਗੱਲ ਦੱਸ ਦਈਏ, ਸਾਡਾ ਕੰਮ ਹੈ ਦੋਵੇਂ ਪੱਖ ਦਾ ਪੱਖ ਰੱਖਣਾ। ਜੇ ਅਸੀਂ ਤੁਹਾਡੇ ਤੇ ਆਰੋਪ ਲੱਗੇ ਆ ਉਹ ਵੀ ਚੀਜ਼ ਦਿਖਾਣੀ ਹੈ, ਜੋ ਤੁਹਾਡੀ ਸਫਾਈ ਹੈ ਅਸੀਂ ਉਹ ਵੀ ਦਿਖਾਣੀ ਹੈ, ਔਰ ਅਸੀਂ ਪ੍ਰਮੁਖਤਾ ਨਾਲ ਉਹ ਚੀਜ਼ ਦਿਖਾਈ ਵੀ ਹੈ। ਤੁਸੀਂ ਕਿਰਪਾਲਤਾ ਕਰਕੇ ਗੋਲਮਾਲ ਨਿਊਜ਼ ਦੇ ਉੱਤੇ ਇਦਾਂ ਦੇ ਗਲਤ ਆਰੋਪ ਨਾ ਲਗਾਓ। ਮੈਨੂੰ ਤੁਸੀਂ ਕਿਹਾ ਮਾਸਕ ਲਾ ਕੇ ਨਹੀਂ ਬੈਠਾ, ਇੱਥੇ ਕੋਈ ਬੰਦੇ ਬੈਠੇ ਕਿ ਮੈਂ ਮਾਸਕ ਲਾਣਾ ਇਸ ਟਾਈਮ ਜ਼ਰੂਰੀ ਹੈ, ਲੇਕਿਨ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਦੇ ਆਰਡਰ ਨੇ ਕਿ ਜਿਹੜਾ ਮਾਸਕ ਹੈ ਉਹ ਲੱਗਾ ਹੋਣਾ ਚਾਹੀਦਾ। ਜਿਸ ਵੇਲੇ ਪਬਲਿਕ ਡੀਲਿੰਗ ਜਾਂ ਮੈਂ ਬਾਹਰ ਜਾਣਾ ਬਟ ਤੁਸੀਂ ਸਰਕਾਰੀ ਦਫ਼ਤਰ ਦੇ ਵਿੱਚ ਬੈਠੇ ਹੋ ਜਿੱਥੇ ਮਾਸਕ ਲਗਾਉਣਾ ਜ਼ਰੂਰੀ ਹੈ। ਤੁਸੀਂ ਕਿਰਪਾਲਤਾ ਕਰਕੇ ਜਿਹੜੀ ਆਰਗੂਮੈਂਟਸ ਨਾ ਕਰੋ, ਜਿਹੜੀ ਤੁਸੀਂ ਸਫਾਈ ਦਿੱਤੀ ਉਹ ਪ੍ਰਮੁਖਤਾ ਨਾਲ ਇੱਥੇ ਦਿੱਤੀ ਗਈ। ਤੁਸੀਂ ਮੇਰੀ ਸਫਾਈ ਦਿੱਤੀ ਨਹੀਂ, ਤੁਸੀਂ ਵਨ ਸਾਈਡਡ ਬੋਲਦੇ ਹੋ, ਵਨ ਸਾਈਡਡ ਬੋਲਦੇ। ਤੁਸੀਂ ਦੇਖ ਸਕਦੇ ਹੋ ਹਰੇਕ ਕਾਗਜ਼ ਇਹਨਾਂ ਦਾ ਦਿਖਾਇਆ ਗਿਆ, ਲੇਕਿਨ ਫਿਰ ਵੀ ਇਹਨਾਂ ਦਾ ਆਰੋਪ ਹੈ ਕਿ ਵਨ ਸਾਈਡਡ ਦਿਖਾ ਰਹੇ ਹੋ। ਤੁਸੀਂ ਮੈਨੂੰ ਸੁਣਿਆ ਹੀ ਨਹੀਂ, ਤੁਸੀਂ ਕਾਗਜ਼ ਜ਼ਰੂਰ ਦਿਖਾਤਾ, ਮੈਂ ਉਹਨੂੰ ਡਿਨਾਈ ਨਹੀਂ ਕਰ ਰਿਹਾ, ਆਈ ਐਮ ਨਾਟ ਡਿਨਾਈਂਗ ਦੈਟ, ਬਟ ਤੁਸੀਂ ਮੈਨੂੰ ਸੁਣਿਆ ਤੁਸੀਂ ਬੋਲੋ ਸਰ ਕੀ ਬੋਲਣਾ ਚਾਹੁੰਦੇ ਹੋ? ਅਸੀਂ ਤਾਂ ਪ੍ਰਮੁਖਤਾ ਨਾਲ ਦਿਖਾਉਣ ਲਈ ਇੱਕ ਗੱਲ ਕਹਿ ਰਹੇ ਆ, ਤੁਸੀਂ ਮੈਨੂੰ ਕਿਹਾ ਕਰਪਟ ਰੌਂਗ, ਮੈਂ ਨਹੀਂ ਕਿਹਾ। ਤੁਸੀਂ ਤੁਹਾਡੇ ਉੱਤੇ ਰਿਟਨ ਚਿੱਠੀ ਆਈ ਇੱਥੇ ਜਿਹਦੇ ਵਿੱਚ ਆਰੋਪ ਲਾਏ ਗਏ, ਉਹਦੇ ਉੱਤੇ ਚਾਰਜ ਸ਼ੀਟ ਹੋਈ। ਪਲੀਜ਼ ਮੈਂ ਤੁਹਾਡੇ ਤੇ ਅੱਜ ਕੋਈ ਚਿੱਠੀ ਕੱਢ ਦਿੰਨਾ, ਮੇਰੀ ਤੁਹਾਡੇ ਤੇ ਨਹੀਂ ਸਰ, ਰਿਕੁਐਸਟ ਤੁਹਾਡੇ ਤੇ ਨਹੀਂ, ਜਿਸਨੇ ਤੁਹਾਡੇ ਤੇ ਲਾਇਆ ਤੁਸੀਂ ਉਹਦੇ ਤੇ ਜੋ ਮਰਜ਼ੀ ਕਰੋ। ਮੈਂ ਤਾਂ ਕਹਿੰਦਾ ਬੰਦਾ ਹੀ ਹੈ ਨਹੀਂ, ਹਲੋ ਉਹ ਬੰਦਾ ਹੀ ਐਗਜ਼ਿਸਟ ਨਹੀਂ ਕਰਦਾ, ਹਲੋ ਇਹ ਤੇ ਤੁਸੀਂ ਇਹ ਚੀਜ਼ ਪਹਿਲਾਂ ਦੱਸੀ ਨਹੀਂ, ਅਸੀਂ ਦਿਖਾਈ। ਮੈਂ ਦੱਸਿਆ ਮੈਨੂੰ ਇਨਵੋਲਵ ਕਰੋਗੇ ਤਾਂ ਨਹੀਂ, ਇਹ ਚੀਜ਼ ਤੁਸੀਂ ਪਹਿਲਾਂ ਦੱਸੀ ਅਸੀਂ ਨਹੀਂ ਦਿਖਾਈ। ਆਹ ਦੇਖੋ ਆਹ ਬੰਦਾ ਹੀ ਨਹੀਂ ਐਗਜ਼ਿਸਟ ਕਰਦਾ। ਇਹ ਚੀਜ਼ ਤੁਸੀਂ ਪਹਿਲਾਂ ਦਿਖਾਈ ਅਸੀਂ ਨਹੀਂ ਦਿਖਾਈ। ਸੁਣੋ ਨਾ, ਝੂਠੀ ਕੰਪਲੇਂਟ ਪਾ ਕੇ ਕਿਸੇ ਨੂੰ ਤੰਗ ਕਰਨਾ ਜਾਣ ਕੇ ਸਿਰਫ ਇਹ ਮੋਟੀਵੇਟਿਡ ਸੀਗੇ ਕਿ ਇਹਨੂੰ ਇੱਥੋਂ ਦੀ ਟ੍ਰਾਂਸਫਰ ਕਰ ਦਿੱਤਾ ਜਾਵੇ। ਚੇਅਰਮੈਨ ਸਾਹਿਬ ਦਾ ਕਹਿਣਾ ਹੈ ਲਾਈਵ ਉਹਨਾਂ ਨੇ ਕਿਹਾ ਕਿ ਤੁਹਾਨੂੰ ਬਦਲੀ ਦੇ ਆਰਡਰ ਦਿੱਤੇ ਗਏ ਮੈਨੂੰ ਨੇ। ਦਿੱਤੇ ਨਹੀਂ, ਮੈਨੂੰ ਮੇਰੇ ਸਿਗਨੇਚਰ ਦੇ ਡਿਸਪੈਚ ਰਜਿਸਟਰ ਤੇ ਨਾ ਜਿੱਥੇ ਮੈਂ ਰਿਸੀਵ ਕੀਤੇ ਮੈਨੂੰ ਦਿਖਾ ਦਿਓ, ਦੈਨ ਆਈ ਵਿਲ, ਮੈਂ ਮੰਨ ਲੂੰਗਾ ਕਿ ਮੇਰੇ ਉਹ ਤੇ ਕੋਰਟ ਦੇ ਸੰਮਨ ਆਉਂਦੇ, ਜਿਹੜੀ ਵਿਕਟਿਮ ਹੁੰਦੇ ਨਹੀਂ ਰਿਸੀਵ ਕਰਦੇ। ਇਦਾਂ ਨਹੀਂ ਹੁੰਦਾ, ਕੋਰਟ ਦੇ ਸਮਨ ਇਜ਼ ਸਮਥਿੰਗ ਐਲਸ, ਦਿਸ ਇਜ਼ ਸਮਥਿੰਗ। ਆ ਮੈਨੂੰ ਚਾਰਜ ਸ਼ੀਟ ਦਿੱਤੀ ਹੈ। ਨਹੀਂ, ਵਾਟ ਸਮਥਿੰਗ ਐਲਸ ਸਰ, ਤੁਸੀਂ ਦੱਸ ਦਿਓ ਵਾਟ ਸਮਥਿੰਗ ਐਲਸ। ਮੇਰੀ ਗੱਲ, ਇਹ ਚਾਰਜ ਸ਼ੀਟ ਮੈਨੂੰ ਇਸ਼ੂ ਕੀਤੇ, ਇਹਦੀ ਕਾਪੀ ਭੇਜੀ, ਮੈਂ ਰਿਸੀਵ ਕੀਤੀ ਹੈ, ਉਹ ਸਾਈਨ ਦੇਖ ਲਓ ਮੇਰੇ ਡਿਸਪੈਚ ਰਜਿਸਟਰ ਤੇ, ਉਹ ਮੈਂ ਸਾਈਨ ਰਿਸੀਵ ਕੀਤੇ, ਉਹ ਸਾਈਨ ਹੈ ਮੇਰੇ। ਉਹ ਕਿਉਂ ਨਹੀਂ ਮੈਨੂੰ ਕਹਿ ਦਿੱਤਾ ਗਿਆ ਕਿ ਤੂੰ ਉਹ ਰਿਸੀਵ ਨਹੀਂ ਕੀਤੇ? ਉਹ ਤੇ ਮੇਰੇ ਸਾਈਨ ਹੈ, ਡੇਟ ਪਈ ਹੈ। ਆਹ ਦੇਖੋ ਇਹ ਬੰਦਾ ਹੀ ਐਗਜ਼ਿਸਟ ਨਹੀਂ ਕਰਦਾ। ਝੂਠੀ ਕੰਪਲੇਂਟ ਤੇ ਸਾਰਾ ਫਟਾਫਟ ਕਾਰਵਾਈ ਕਰਦੇ ਹੋਏ ਵਿਦਆਊਟ ਮੈਨੂੰ ਸੁਣੇ ਗਵਰਨਮੈਂਟ ਨੂੰ ਸਭ ਕੁਝ ਭੇਜ ਦਿੱਤਾ। ਈਵਨ ਈਓ ਨੇ ਤਾਂ ਖੈਰ ਨਹੀਂ ਸੁਣਿਆ, ਡਿਪਟੀ ਡਾਇਰੈਕਟਰ ਨੇ ਮੈਨੂੰ ਨਹੀਂ ਸੁਣਿਆ, ਡਾਇਰੈਕਟਰ ਨੇ ਮੈਨੂੰ ਨਹੀਂ ਸੁਣਿਆ, ਸੈਕਟਰੀ ਨੇ ਮੈਨੂੰ ਨਹੀਂ ਸੁਣਿਆ। ਕਿਉਂ? ਕਿ ਮੈਂ ਐਡਾ ਵੱਡਾ ਕੋਈ ਕ੍ਰਾਈਮ ਕਰ ਦਿੱਤਾ ਕਿ ਮੈਨੂੰ ਸੁਣਨਾ ਹੀ ਨਹੀਂ? ਤੁਸੀਂ ਮੇਰਾ ਪੱਖ ਰੱਖੋ। ਹਾਂ ਬਈ ਤਾਂ ਤੇਰੀ ਕੰਪਲੇਂਟ, ਸਰ ਤੁਹਾਡਾ ਪੱਖ ਹੀ ਚੱਲ ਰਿਹਾ, ਤੁਹਾਡਾ ਪੱਖ ਹੀ ਚੱਲ ਰਿਹਾ। ਨਹੀਂ, ਤੁਹਾਨੂੰ ਨਹੀਂ ਕਹਿ ਰਿਹਾ, ਮੈਂ ਗਵਰਨਮੈਂਟ ਦੀ ਗੱਲ ਕਰ ਰਿਹਾ ਕਿ ਮੈਨੂੰ ਪੁੱਛਦੇ ਬਈ ਤੇਰੇ ਤੇ ਆਹ ਐਲੀਗੇਸ਼ਨ ਹੈ, ਤੂੰ ਮੰਨਦਾ? ਮੈਂ ਉਹਨਾਂ ਨੂੰ ਰਿਕਾਰਡ ਦਿਖਾਉਂਦਾ ਕਿ ਆਹ ਸਰ ਇਹ ਸਭ ਕੁਝ ਇਹ ਗਲਤ ਹੈ, ਬਟ ਨਹੀਂ, ਮੈਨੂੰ ਸੁਣਿਆ ਹੀ ਨਹੀਂ ਗਿਆ। ਸਿਰਫ ਰੀਜ਼ਨ ਇੱਕ ਹੈ ਕਿ ਇਹਨੂੰ ਇੱਥੋਂ ਦੀ ਬਦਲਿਆ ਜਾਵੇ, ਨਥਿੰਗ ਐਲਸ। ਪਿਛਲੀਆਂ ਮੇਰੀਆਂ ਕਿੰਨੀਆਂ ਬਦਲੀਆਂ ਹੋਈਆਂ, ਹੁਣ ਤਾਂ ਚਲੋ ਮੈਂ ਮੰਨ ਲੈਂਦਾ ਇਹਨਾਂ ਨੇ ਐਲੀਗੇਸ਼ਨ ਮੇਰੇ ਤੇ ਲਾਇਆ, ਪਿਛਲੀਆਂ 7 ਬਦਲੀਆਂ 'ਚ ਮੇਰੇ ਤੇ ਕੀ ਐਲੀਗੇਸ਼ਨ ਲਾਇਆ ਗਿਆ? ਤਾਂ ਕੋਈ ਐਲੀਗੇਸ਼ਨ ਹੈ ਗਵਰਨਮੈਂਟ ਕੋਲ? ਤਾਂ ਗਵਰਨਮੈਂਟ ਕੋ ਫੁੱਲ ਰਾਈਟ ਹੈ ਬਦਲੀ ਕਰਨ ਦਾ। ਫੁੱਲ ਰਾਈਟ ਸਿਰਫ ਮੇਰੇ ਲਈ ਹੈ। ਇੱਥੇ ਬੰਦੇ ਬੈਠੇ 20 ਸਾਲਾਂ ਤੋਂ, ਸਿਰਫ ਫੁੱਲ ਰਾਈਟ ਮੇਰੇ ਤੇ ਹੀ ਹੈ, ਕਿਸੇ ਹੋਰ ਤੇ ਨਹੀਂ ਹੈ। ਕੀ ਰੰਜਿਸ਼ ਹੈ ਸਰਕਾਰ ਦੀ ਤੁਹਾਡੇ ਨਾਲ? ਸਰਕਾਰ ਦੀ ਰੰਜਿਸ਼ ਨਹੀਂ ਹੈ, ਰੰਜਿਸ਼ ਇੱਥੇ ਦੇ ਸਿਰਫ ਮੈਂ ਤੁਹਾਨੂੰ ਦੱਸਿਆ ਲੈਂਡ ਮਾਫੀਆ ਦੀ, ਹੋਰ ਕੋਈ ਗੱਲ ਨਹੀਂ, ਨਥਿੰਗ ਐਲਸ। ਕੋਈ ਦੱਸੋ ਸਹੀ ਕਿੱਦਾਂ ਦਾ ਸਕੈਮ ਤੁਸੀਂ ਉਜਾਗਰ ਕੀਤਾ, ਕੋਈ ਪਤਾ ਤੇ ਲੱਗੇ। ਤੁਸੀਂ ਆਪਣਾ ਪੱਖ ਰੱਖ ਰਹੇ ਹੋ, ਪੱਖ ਦੇ ਵਿੱਚ ਉਹ ਵੀ ਇਨਵੋਲਵ ਹੈ। ਬੰਦੇ ਦੀਆਂ ਪ੍ਰਾਪਰਟੀ ਇੱਥੇ ਕੱਢੀਆਂ, ਜਿਹੜਾ ਉਹਨੇ ਕਬਜ਼ੇ 'ਚ ਕੀਤੇ ਹੋਏ ਹੈ, ਉਹਦੇ 'ਚ ਉਹਨੂੰ ਤਕਲੀਫ ਹੋ ਰਹੀ ਹੈ। ਇੱਥੋਂ ਕਈ ਚੀਜ਼ਾਂ ਫਾਈਲਾਂ ਮਿਸਿੰਗ ਹੈ। ਕਿੰਨੇ ਪਲਾਟ ਕਬਜ਼ੇ ਕੀਤੇ ਹੋਏ ਆ? ਪਲਾਟਾਂ ਦੀ ਪੰਜ ਪਲਾਟਾਂ ਦਾ ਮੈਂ ਦਿੱਤਾ ਰੈਫਰੈਂਸ ਕਿ ਆਹ ਪਲਾਟ ਕਬਜ਼ੇ 'ਚ ਹੈ। ਉਸ ਦਿਨ ਤੋਂ ਬਾਅਦ ਦੇ ਕੰਮ ਸ਼ੁਰੂ ਹੋਇਆ ਦਾ। ਉਹ ਪਲਾਟਾਂ ਦਾ ਡਿਟੇਲ ਦੇ ਦਿਓ ਸਰ। ਉਹ ਤਾਂ ਤੁਸੀਂ ਰਿਟਰਨ ਹੀ ਦਿੱਤੀ ਨਾ ਰੈਫਰੈਂਸ। ਡਿਟੇਲ ਮੈਂ ਨਹੀਂ ਦੇ ਸਕਦਾ ਐਟ ਪ੍ਰੈਜ਼ੈਂਟ, ਕਿਉਂਕਿ ਉਹ ਮੇਰੇ ਰਾਈਟ 'ਚ ਨਹੀਂ ਹੈ। ਤੁਸੀਂ ਉਹਨੂੰ ਪੁੱਛੋ ਕਿ ਆਹ ਵੀ ਆ ਤੁਹਾਨੂੰ ਜਿਹੜੀ ਹੈ ਲਿਸਟ ਦਿੱਤੀ। ਸਰ ਦੇਖੋ ਮੇਰੀ ਇੱਕ ਗੱਲ ਸੁਣੋ, ਮੈਂ ਤੁਹਾਨੂੰ ਇੱਕ ਬੜੀ ਸਪਸ਼ਟ ਗੱਲ ਦੱਸ ਰਿਹਾ। ਸਾਡਾ ਜਿਹੜਾ ਮਕਸਦ ਹੈ ਉਹ ਦੋਨੋਂ ਪੱਖ ਦਿਖਾਉਣਾ ਹੈ। ਮੈਂ ਤੁਹਾਨੂੰ ਦਿਖਾਣਾ SCO ਨੰਬਰ 128 129 ਗੁਜਰਾਲ ਨਗਰ, SCO ਨੰਬਰ 55 ਇਹ ਪ੍ਰਤਾਪ ਬਾਗ, ਠੀਕ ਹੈ ਜੀ। ਪਲਾਟ ਨੰਬਰ 226 25 ਗੁਜਰਾਲ ਨਗਰ। ਇੱਕ ਹੋਰ ਹੈ ਦੈਟ ਇਜ਼ ਹਾਂ ਫਲੈਟ ਨੰਬਰ MIG ਫਲੈਟ ਨੰਬਰ 47 FF ਗੁਰੂ ਗੋਬਿੰਦ ਸਿੰਘ ਐਵੀਨਿਊ। ਇਹ ਪ੍ਰਾਪਰਟੀਆਂ ਮੈਂ ਕੱਢ ਕੇ ਦਿੱਤੀਆਂ ਜਿੱਥੇ ਸੇਲੇਬਲ ਪ੍ਰਾਪਰਟੀਆਂ ਦੇ ਵਿੱਚ, ਕਿਉਂਕਿ ਇਹਨਾਂ ਦੇ ਉੱਪਰ ਜਿਹੜੇ ਹੈਗੇ ਆ ਬੰਦਿਆਂ ਦੇ SCO ਦੇ ਉੱਪਰ ਕਬਜ਼ਾ ਹੈ, ਉਧਰ SCO ਦੇ ਉੱਪਰ ਕਬਜ਼ਾ, 3 SCO ਦੇ ਉੱਪਰ ਕਬਜ਼ਾ, ਤੇ ਜਿਹੜਾ 226 ਨੰਬਰ ਪਲਾਟ ਹੈ ਗੁਜਰਾਲ ਨਗਰ ਉਹਦਾ ਵੀ ਕਬਜ਼ਾ ਨਹੀਂ ਛੱਡਿਆ ਗਿਆ, ਨਾ ਉਹਦਾ ਕੁਛ ਕੀਤਾ ਗਿਆ। ਇੱਕ ਛੋਟਾ ਜਿਹਾ ਕੁਐਸਚਨ ਹੈ,
ਤੁਸੀਂ ਭ੍ਰਸ਼ਟਾਚਾਰ ਦੇ ਖਿਲਾਫ ਲੜਾਈ ਲੜ ਰਹੇ ਮੈਂ ਲੜ ਹੋ ਰਿਹਾ। ਔਰ ਤੁਹਾਡੇ ਉੱਤੇ ਹੀ ਭ੍ਰਸ਼ਟਾਚਾਰ ਦੇ ਆਰੋਪ ਲੱਗ ਰਹੇ ਮੇਰੇ ਤੇ ਲੱਗ ਰਹੇ। ਜੇ ਤੁਸੀਂ ਸਹੀ ਹੋ ਤੁਸੀਂ ਟਰਾਂਸਫਰ ਅਸੈਪਟ ਕਰਕੇ ਵੀ ਜਾਂਚ ਸ਼ਾਮਲ ਹੋ ਸਕਦੇ ਹੋ, ਕੋਰਟ ਦਾ ਦਰਵਾਜ਼ਾ ਖਟਖਟਾ ਕੇ ਇਸ ਜਾਂਚ ਸ਼ਾਮਲ ਹੋ ਸਕਦੇ ਹੋ, ਉਹ ਸਟੈਪ ਕਿਉਂ ਨਹੀਂ ਇਹ ਆੜ ਕੇ ਜਾਂ ਇਹ ਸੀਟ ਨਾਲ ਮੋਹ ਰੱਖ ਕੇ ਕਿਉਂ? ਮੇਰੇ ਕੋਲ ਸੀਟ ਮੈਂ ਕਹਿ ਰਿਹਾ ਮੇਰੇ ਕੋਲ ਕੋਈ ਕੰਮ ਨਹੀਂ ਹੈ, ਤੁਸੀਂ ਦੇਖ ਲਓ। ਬਟ ਸਰਕਾਰੀ ਸੀਟ ਤੇ ਹੈ। ਸਰਕਾਰੀ ਸੀਟ ਮੇਰੇ ਕੋਲ ਅੱਜ ਤੱਕ ਨਾ ਤੇ ਕੋਈ ਕੰਮ ਦਿੱਤਾ ਗਿਆ। ਇੱਕ ਪਲੀਜ਼ ਮੇਰੀ ਗੱਲ ਸੁਣੋ ਨਾ, ਤੁਸੀਂ ਕੀ ਸਮਝਦੇ ਹੋ ਜੀ ਹਾਈ ਕੋਰਟ 'ਚ ਮੈਂ ਜਾਵਾਂ, ਮੇਰੇ ਕੋਲ ਪੈਸੇ ਹੈਗੇ ਲੱਖਾਂ ਰੁਪਏ ਖਰਚਣ ਦੀ, ਮੇਰੇ ਕੋਲ ਨਹੀਂ ਹੈ। ਸਰ 7 ਲੱਖ ਦਾ ਤੁਸੀਂ ਪਲਾਟ ਲੈ ਰਹੇ ਹੋ 11 ਉਹ ਦੇ ਮੈਂ ਨਹੀਂ ਵਿੱਚ। ਲਿੱਤਾ, ਉਹ ਮੇਰੇ ਡੈਡੀ ਨੇ ਲਿੱਤਾ। ਇਹ ਡੈਡੀ ਨੇ ਸਰ ਪਰਮਿਸ਼ਨ ਤੁਸੀਂ ਵੀ ਮੰਗੀ ਸੀਗੀ, ਤੁਹਾਨੂੰ ਮਿਲੀ ਨਹੀਂ। ਉਹ ਕਾਗਜ਼ੀ ਕਾਰਵਾਈ ਘੁਮਾਉਣ ਵਾਸਤੇ ਤੁਸੀਂ ਵਾਈਫ ਦੇ ਨਾਂ ਤੇ ਲੈ ਲਿਆ, ਉਹ ਇੱਕ ਅਲੱਗ ਗੱਲ ਹੈ। ਭਾਈ ਸਾਹਿਬ ਆ ਦੇਖੋ, ਮੈਂ ਐਪਲੀਕੇਸ਼ਨ 11 'ਚ ਦਿੱਤੀ ਨਾ, ਮੈਂ ਉਹ 'ਚ ਲਿਖਿਆ ਮੇਰੇ ਫਾਦਰ ਮੈਨੂੰ ਲੈ ਕੇ ਦੇਣਾ ਚਾਹੁੰਦੇ ਆ। ਆ ਪੜ੍ਹ ਲਓ, ਮੈਂ ਝੂਠ ਨਹੀਂ, ਆ ਪੜ੍ਹੋ 11 ਦੇ ਆ ਸਾਈਨ, ਆ ਪੜ੍ਹ ਲਓ। ਇਹ 'ਚ ਲਿਖਿਆ ਮਾਈ ਫਾਦਰ ਐਂਡ ਮੇਰੇ ਪਿਤਾ ਹੀ ਲੈ ਕੇ ਦੇਣਾ ਚਾਹੁੰਦੇ ਆ। ਠੀਕ ਹੈ ਜੀ। ਫਿਰ ਵੀ ਮੈਂ ਉਸ ਤੋਂ ਬਾਵਜੂਦ ਪ੍ਰੋਸੈਸ ਅਡਾਪਟ ਕੀਤਾ, ਮੈਂ ਐਪਲੀਕੇਸ਼ਨ ਦਿੱਤੀ ਥਰੂ ਪ੍ਰੋਪਰ ਚੈਨਲ। ਆ ਪੜ੍ਹ ਲਓ। ਨਹੀਂ ਕਿਹਾ ਤੁਸੀਂ ਜੇ ਪੈਸੇ ਨਹੀਂ ਹੈਗੇ ਕੋਰਟ ਨਹੀਂ ਜਾ ਸਕਦੇ। ਮੇਰੇ ਇੱਕ ਕੋਲ- ਮਿੰਟ ਮੇਰੇ ਕੋਲ ਇੱਕ ਸਕਿੰਟ ਜੀ, ਜੀ। ਤੁਸੀਂ ਕੋ ਤੁਹਾਡੇ ਕੋਲ ਪੈਸੇ ਨਹੀਂ ਆ, ਤੁਸੀਂ ਕੋਰਟ ਨਹੀਂ ਜਾ ਜੀ, ਸਕਦੇ। ਜੀ। ਤੁਸੀਂ ਕਿਹਾ ਇਹ ਇੰਡੀਆ ਦੇ ਉੱਤੇ ਜਾਂ ਇੰਡੀਆ ਦੇ ਕਾਨੂੰਨ ਦੇ ਉੱਤੇ ਜਾਂ ਇੰਡੀਆ ਦੇ ਲਾਜ਼ ਨੂੰ ਲਾਅ ਅਬਾਈਡ ਕਰ ਰਹੇ ਹੋ ਕਿ ਮੈਂ ਇਦਾਂ ਅੜ ਕੇ ਹੀ ਜਿੱਤਾਂਗਾ, ਮੈਂ ਕੋਰਟ ਨਹੀਂ ਜਾ ਸਕਦਾ। ਅੜਨ ਦੀ ਗੱਲ ਨਹੀਂ, ਮੈਂ ਕਹਿ ਰਿਹਾ ਮੈਨੂੰ ਆਰਡਰ ਰਿਸੀਵ ਕਰਾ ਲੈਣ ਹੁਣ ਦੀ ਡੇਟ 'ਚ, ਮੈਂ ਲੀਵ ਕਰਾਂ। ਉਹ ਤਾਂ ਕਹਿੰਦੇ 15 ਦਿਨ ਹੋ ਗਏ ਰਿਲੀਵਿੰਗ ਆਰਡਰ ਦਿੱਤੇ ਹੋਏ ਨੇ। ਰਿਲੀਵਿੰਗ ਆਰਡਰ ਤਾਂ ਇਹਨਾਂ ਨੇ ਜਿਹੜੇ ਆਪਣੇ ਰਜਿਸਟਰ ਚੜਾਏ ਆ 7 ਤਰੀਕ ਦੇ ਚੜਾਏ, 15 ਦਿਨ ਨਹੀਂ ਹੋਏ। ਇਹ ਵੀ ਤੁਹਾਨੂੰ ਗਲਤ ਦੱਸਿਆ ਜੀ, 15 ਦਿਨ ਨਹੀਂ। ਕੈਮਰੇ ਤੇ ਹੀ ਦੱਸਿਆ ਸਰ। ਗਲਤ ਦੱਸਿਆ, ਦੈਟ ਇਜ਼ ਰੋਂਗ। ਇਹ ਆਰਡਰ 7 ਨੂੰ ਮੇਰੇ ਆਰਡਰ ਆ ਰਹੇ ਆ, 7 ਨੂੰ ਹੀ ਰਿਲੀਵਿੰਗ ਕਰ ਦਿੱਤੀ ਗਈ। ਇੰਨੀ ਐਮਰਜੈਂਸੀ ਕੀ ਹੁੰਦੀ ਹੈ? ਇਹ ਬੰਦਾ ਕੀ ਉਸ ਵੇਲੇ ਸ਼ਾਮ ਤੁਸੀਂ ਉਸੇ ਵੇਲੇ ਆਰਡਰ ਬੰਦੇ ਨੂੰ ਰਿਲੀਵਿੰਗ। ਸਰ ਇਹ ਨਹੀਂ ਗੱਲ ਹੁੰਦੀ ਕਿ 7 ਨੂੰ ਆਏ 7 ਨੂੰ ਲਿੰਕ ਪਾਤੀ, ਉਹ ਤਾਂ ਇਹ ਤਾਂ ਰੂਟੀਨ ਹੈ। ਕਿਸੇ ਨੂੰ 2 ਦਿਨ ਲੱਗ ਜਾਂਦੇ, ਕਿਸੇ ਦੇ 2 ਘੰਟੇ 'ਚ ਹੋ ਜਾਂਦਾ। ਇਹ ਵੀ ਮੰਨ ਲਿਆ, ਮੇਰੇ ਲਈ ਹਮੇਸ਼ਾ 2 ਘੰਟੇ ਲਈ ਹੋਇਆ, ਸਿਰਫ 2 ਘੰਟੇ। ਬਟ ਜਲੰਧਰ ਦੀ ਸੀਟ ਨਾਲ ਮੋਹ ਕਿਉਂ? ਮੈਨੂੰ ਕੋਈ ਮੋਹ ਨਹੀਂ ਹੈ, ਮੈਨੂੰ ਕੋਈ ਮੋਹ ਨਹੀਂ ਹੈ। ਜਦ ਤੁਸੀਂ ਖੁਦ ਮੰਨ ਰਹੇ ਹੋ ਟ੍ਰਾਂਸਫਰ ਆਈ 7 ਤਰੀਕ ਨੂੰ ਆਈ, ਰਜਿਸਟਰ ਤੇ ਚੜ ਬਿਲਕੁਲ ਚੜ੍ਹ ਗਈ, ਗਈ। ਫਿਰ ਆਪਾਂ ਜਲੰਧਰ ਦੀ ਸੀਟ ਤੇ ਕਿਉਂ ਬੈਠੇ ਆ? ਮੈਨੂੰ ਆਰਡਰ ਦੇ ਦੇਣ, ਇਹ ਮੈਂ ਉਸੇ ਵੇਲੇ ਛੱਡ ਦੇਣਾ। ਜਦ ਰਜਿਸਟਰ ਤੇ ਚੜੇ ਤੇ ਦਿੱਤੇ ਹੀ ਆ ਸਰ। ਰਜਿਸਟਰ ਮੇਰੇ ਭਾਈ ਸਾਹਿਬ, ਮੈਂ ਇਸ ਰਜਿਸਟਰ ਤੇ ਤੁਹਾਡੇ ਨਾਮ ਕੋਈ ਚੀਜ਼ ਚੜਾ ਲੈਣਾ, ਮੈਂ ਰੱਖ ਲੈਣਾ। ਹੁਣ ਮੈਨੂੰ ਕੀ ਪਤਾ ਕੀ ਚੜਿਆ, ਤੁਹਾਨੂੰ ਪਤਾ ਕੀ ਚੜਿਆ ਤੇ ਤੁਹਾਡੇ ਸਾਈਨ ਹੈ। ਨਹੀਂ ਪਰ ਤੁਹਾਨੂੰ ਇਹ ਕਿੱਦਾਂ ਪਤਾ 7 ਤਰੀਕ ਨੂੰ ਚੜਿਆ, 7 ਤਰੀਕ ਨੂੰ ਟ੍ਰਾਂਸਫਰ ਦੇ ਆਰਡਰ ਆਏ ਨੇ, ਇਹ ਤਾਂ ਪਤਾ ਤੁਹਾਨੂੰ? ਹਾਂ ਮੈਨੂੰ ਕਿਹਾ ਗਿਆ 7 ਆਰਡਰ ਤਾਂ ਮੇਰੇ ਕੋਲ ਵੀ ਹੈ, 7 ਦੇ ਉਹ ਤਾਂ ਮੇਰੇ ਕੋਲ ਵੀ ਹੈਗੇ ਜਿਹੜੇ ਇਹਨਾਂ ਨੇ ਦਿੱਤੇ ਹੈਗੇ। ਆਹ ਤੇਰੇ ਆਰਡਰ ਆਏ ਆ ਜੀ, ਬਟ ਈਮੇਲ ਤੇ। ਬਟ ਮੈਨੂੰ ਜਦ ਤੱਕ ਇਹ ਰਿਸੀਵ ਨਹੀਂ ਕਰਾਉਗੇ ਕਿ ਤੁਹਾਨੂੰ ਇਹ ਆਰਡਰ ਦਿੱਤੇ, ਤੁਹਾਨੂੰ ਰਿਲੀਵ ਕੀਤਾ ਜਾਂਦਾ, ਉਸ ਤੋਂ ਤੱਕ ਮੈਂ ਜਾ ਹੀ ਨਹੀਂ ਸਕਦਾ। ਸੰਜੀਵ ਜੀ ਬਹੁਤ ਹਾਸਿਆਸਪਦ ਹੈ ਨਹੀਂ। ਕਿ ਆਰਡਰ ਤੁਹਾਡੇ ਕੋਲ ਵੀ ਹੈ, ਈਮੇਲ ਦੇ ਆਰਡਰ ਆਏ ਨੇ ਲੇਕਿਨ ਰਿਸੀਵ ਨਹੀਂ ਕਰਾਏ, ਔਰ ਚੇਅਰਮੈਨ ਇੰਪਰੂਵਮੈਂਟ ਟਰਸਟ ਇਹ ਗੱਲ ਦੱਸ ਰਹੇ ਨੇ ਕਿ 15 ਦਿਨ ਤੋਂ ਵੱਧ ਹੋ ਗਏ ਤੁਹਾਨੂੰ ਰਿਸੀਵ ਕਰਾਇਆ। ਮੈਂ ਕਹਿੰਦਾ ਇੱਕ ਮੈਨੂੰ ਡੇਟ ਦਿਖਾ ਦਿਓ 15 ਦਿਨ ਤੋਂ, ਜੋ ਹੈ ਜੋ ਤੁਸੀਂ ਕਹੋਗੇ ਮੈਂ ਕਰਾਂਗਾ। 7 ਅਕਤੂਬਰ ਦੀ ਗੱਲ ਕਰ ਰਹੇ ਹੋ? ਹਾਂਜੀ 7, ਜੋ ਤੁਸੀਂ ਕਹੋਗੇ ਨਾ, ਮੇਰੀ ਰਿਸੀਵਿੰਗ ਦਿਖਾ ਦਿਓ ਕਿ ਆਈ ਹੈਵ ਰਿਸੀਵਡ ਆਰਡਰ, ਜੋ ਤੁਸੀਂ ਕਹੋਗੇ ਆਈ ਵਿਲ ਐਕਸੈਪਟ ਇਟ। ਠੀਕ ਹੈ ਜੀ। ਤੁਸੀਂ ਕੁਝ ਹੋਰ ਆਪਣਾ ਪੱਖ ਰੱਖਣਾ ਚਾਹੁੰਦੇ ਹੋ? ਬਈ ਮੈਂ ਇਹ ਕਹਿ ਰਿਹਾ ਬਿਲਕੁਲ ਟੋਟਲੀ ਧੱਕਾ ਹੋ ਰਿਹਾ, ਬਸ ਦੈਟ ਇਜ਼ ਆਲ। ਹੁਣ ਅਸੀਂ ਆਪਣਾ ਬੋਲੀਏ, ਤੁਸੀਂ ਬੋਲੋ ਤੁਸੀਂ। ਤੁਹਾਡਾ ਪੱਖ 'ਚ ਕੋਈ ਕਮੀ ਤੇ ਨਹੀਂ? ਨਾ ਹੁਣ ਜੇ ਮੈਂ ਬੋਲੂਗਾ ਵਿੱਚ ਤੇ ਤੁਸੀਂ ਤੇ ਨਹੀਂ ਇਹ ਆਰੋਪ ਲਗਾਓਗੇ ਕਿ ਪੱਖ ਨਹੀਂ ਰੱਖਿਆ? ਮੈਨੂੰ ਬਸ ਮੈਨੂੰ ਜਿਹੜੇ ਤੁਸੀਂ ਕਹਿ ਰਹੇ ਨਾ ਆਰਡਰ, ਮੈਨੂੰ ਰਿਸੀਵਿੰਗ ਦਿਖਾ ਦਿਓ ਕਿਸ ਡੇਟ ਨੂੰ। ਸਰ ਮੈਂ ਨਹੀਂ ਨਾ ਦਿਖਾ ਸਕਦਾ, ਮੈਂ ਤੇ ਪੱਖ ਦਿਖਾ ਸਕਦਾ। ਬਸ ਠੀਕ। ਚੇਅਰਮੈਨ ਸਾਹਿਬ ਨੇ ਵੀ ਦਿਖਾਤਾ, ਠੀਕ ਹੈ ਨਾ ਈਓ। ਸੋ ਇਹ ਸਨ ਸੰਜੀਵ ਕਾਲੀਆ, ਜਲੰਧਰ ਇੰਪਰੂਵਮੈਂਟ ਟਰਸਟ ਦੇ ਜਿਹੜੇ ਅਧਿਕਾਰੀ ਨੇ। ਆਰੋਪ ਲੱਗੇ ਸੀ ਭ੍ਰਸ਼ਟਾਚਾਰ ਦੇ, ਇਹਨਾਂ ਨੇ ਕਿਹਾ ਮੈਂ ਭ੍ਰਸ਼ਟਾਚਾਰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਸ ਕਰਕੇ ਮੇਰੇ ਤੇ ਲੱਗੇ। 7 ਤਰੀਕ ਦਾ ਮੰਨਿਆ ਕਿ ਆਰਡਰ ਆਇਆ, ਮੇਰੇ ਕੋਲ ਵੀ ਹੈ ਈਮੇਲ ਦਾ ਆਰਡਰ, ਲੇਕਿਨ ਮੈਨੂੰ ਰਿਟਰਨ ਰਿਸੀਵ ਨਹੀਂ ਕਰਾਇਆ ਗਿਆ। ਲੇਕਿਨ 7 ਤਰੀਕ ਨੂੰ ਹੀ ਰਜਿਸਟਰ ਤੇ ਜ਼ਰੂਰ ਚੜਾ ਲਿਆ ਗਿਆ। ਇਨਫੋਰਮੇਸ਼ਨ ਸਾਰੀ ਹੈ ਲੇਕਿਨ ਰਿਟਰਨ ਨਹੀਂ ਹੈ, ਇਸ ਕਰਕੇ ਇਹ ਜਲੰਧਰ ਸੀਟ ਜਿਹੜੀ ਹੈ ਰਿਲੀਵਿੰਗ ਨਹੀਂ ਹੈ, ਰਿਲੀਵਿੰਗ ਆਰਡਰ ਨਹੀਂ ਹੈ, ਰਿਲੀਵਿੰਗ ਆਰਡਰ ਨਹੀਂ ਆਰਡਰ ਹੈ। ਸਰ ਮੇਰੀ ਇੱਕ ਰਿਕੁਐਸਟ ਹੈ, ਤੁਹਾਨੂੰ ਪੂਰਾ ਟਾਈਮ ਦਿੱਤਾ ਗਿਆ ਪੱਖ ਰੱਖਣ ਲਈ, ਤੁਸੀਂ ਆਪਣਾ ਪੂਰਾ ਪੱਖ ਰੱਖਿਆ। ਜਿਹੜੀ ਟੈਕਨੀਕਲ ਵਰਡਿੰਗ ਹੈ ਉਹ ਇੱਕ ਜਰਨਲਿਸਟ ਭੁੱਲ ਵੀ ਸਕਦਾ। ਮੈਂ ਤੁਹਾਨੂੰ ਰਿਕੁਐਸਟ ਕਰ ਰਿਹਾ, ਇੱਕ ਜਰਨਲਿਸਟ ਹਰ ਡਿਪਾਰਟਮੈਂਟ ਦੀ ਟੈਕਨੀਕਲ ਲੈਂਗੁਏਜ ਨੂੰ ਕਿਸੇ ਹੱਦ ਤੱਕ ਯਾਦ ਰੱਖਦਾ ਹੈ, ਕਿਸੇ ਹੱਦ ਤੱਕ ਭੁੱਲ ਵੀ ਸਕਦਾ ਹੈ। ਤੁਹਾਨੂੰ ਇਨਫੋਰਮੇਸ਼ਨ ਸਾਰੀ ਹੈ ਨਾ? ਇਨਫੋਰਮੇਸ਼ਨ ਹੈ ਬਟ ਰਿਲੀਵਿੰਗ ਆਰਡਰ ਨਹੀਂ ਹੈ। ਲੋ ਜੀ ਇਨਫੋਰਮੇਸ਼ਨ ਹੈ, ਰਿਲੀਵਿੰਗ ਆਰਡਰ ਦੀ ਕਾਪੀ ਨਹੀਂ ਇਹਨਾਂ ਨੂੰ ਮੁਹੱਈਆ ਕਰਾਈ ਗਈ। ਇਸ ਕਰਕੇ ਇਹ ਕਹਿ ਰਹੇ ਨੇ ਕਿ ਜਲੰਧਰ ਸੀਟ ਦਾ ਮੋਹ ਜਿਹੜਾ ਆ ਇਹਨਾਂ ਨੇ ਫੜਿਆ ਹੋਇਆ ਔਰ ਜਾਂਚ ਦੇ ਵਿੱਚ ਇਹਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਲੇਕਿਨ ਉਸ ਦੇ ਉਲਟ ਜਿਹੜਾ ਆ ਜਲੰਧਰ ਇੰਪਰੂਵਮੈਂਟ ਟਰਸਟ ਦੇ ਜਿਹੜੇ ਚੇਅਰਮੈਨ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਇਹਨਾਂ ਨੂੰ ਰਿਲੀਵਿੰਗ ਆਰਡਰ ਦੇ ਦਿੱਤਾ ਗਿਆ ਹੈ ਔਰ ਈਓ ਸਾਹਿਬ ਦਾ ਕਹਿਣਾ ਹੈ ਕਿ ਮੈਂ ਤੇ ਕਾਰਵਾਈ ਕੋਈ ਨਹੀਂ ਕਰ ਸਕਦਾ, ਲੇਕਿਨ ਮੈਂ ਇਹਨਾਂ ਨੂੰ ਫ੍ਰੀ ਟਾਈਮ ਦੇ ਵਿੱਚ ਬੁਲਾ ਕੇ ਜ਼ਰੂਰ ਦੇਖੂੰਗਾ। ਉਦੋਂ ਤੱਕ ਲਈ ਨੈਕਸਟ ਅਪਡੇਟ ਵਾਸਤੇ ਤੁਹਾਡੇ ਕੋਲੋਂ ਵਿਦਾ ਲਵਾਂਗੇ। ਧੰਨਵਾਦ।